आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स विच मैं हाँ तरनजीत कौर घुम्मन। दोस्तों, नवा साल चढ़ चुका है, 2021 आ चुके हैं। कोरोना वायरस ਦੀਆਂ ਤਾਂ ਅਪਡੇਸ਼ਨਸ ਹਰ ਰੋਜ਼ ਨਵੀਆਂ ਸਾਹਮਣੇ ਆ ਰਹੀਆਂ ਨੇ, ਪਰ ਨਾਲ ਦੀ ਨਾਲ 2021 ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਉੱਤੇ ਬਹੁਤ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੀ ਨਵੀਆਂ ਅਪਡੇਸ਼ਨਸ ਆ ਸਕਦੀਆਂ ਨੇ। 2021 ਕਿਵੇਂ ਦਾ ਹੋਣ ਵਾਲਾ ਕੈਨੇਡਾ ਇਮੀਗ੍ਰੇਸ਼ਨ ਦੇ ਪੱਖੋਂ, ਕੀ ਚੰਗੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਜਾਂ ਕੀ ਨੈਗੇਟਿਵ ਕੋਈ ਚੀਜ਼ਾਂ ਸਾਹਮਣੇ ਆਉਣਗੀਆਂ। ਪਰ ਜਦੋਂ ਤੋਂ 2021 ਦੀ ਸ਼ੁਰੂਆਤ ਆਈ ਹੈ ਉਦੋਂ ਤੋਂ ਕੁਝ ਨਾ ਕੁਝ ਅਜੇ ਤੱਕ ਤਾਂ ਪੋਜ਼ਿਟਿਵ ਖਬਰਾਂ ਸਾਹਮਣੇ ਆ ਰਹੀਆਂ ਨੇ। ਸਭ ਤੋਂ ਪਹਿਲਾਂ ਅਸੀਂ ਦੇਖਿਆ ਕਿ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਐਪਲੀਕੇਸ਼ਨ ਦੇ ਵਿੱਚ ਜਿਹੜੀ ਆ ਪ੍ਰੋਸੈਸਿੰਗ ਦੀ ਗੱਲ ਕਰੀਏ, ਇਨਵੀਟੇਸ਼ਨਸ ਆਏ ਨੇ ਕਾਫੀ ਜ਼ਿਆਦਾ। ਇਸ ਤੋਂ ਇਲਾਵਾ ਗੱਲ ਕਰੀਏ ਇੰਟਰਨੈਸ਼ਨਲ ਸਟੂਡੈਂਟਸ ਲਈ ਵੀ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਉਹਨਾਂ ਦੇ ਪੋਸਟ ਗ੍ਰੈਡ ਵਰਕ ਪਰਮਿਟ ਨੂੰ ਲੈ ਕੇ। ਸੋ ਅੱਜ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਅੱਜ ਹੈ ਜੀ ਬੁੱਧਵਾਰ ਤੇ 3 ਤੋਂ ਲੈ ਕੇ 4 ਵਜੇ ਤੱਕ ਸਾਡਾ ਹੁੰਦਾ ਹਮੇਸ਼ਾ ਦੀ ਤਰ੍ਹਾਂ ਲਾਈਵ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਅਪਡੇਸ਼ਨ ਆਈ ਹੈ ਉਹਦੇ ਉੱਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, ਐਮਡੀ ਤੇ ਆਰਡੀ ਰਿਪੁਦਮਨ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ। ਕੀ ਹਾਲ ਚਾਲ ਨੇ ਸਰ? ਆਲ ਗੁੱਡ ਤਰਨ ਜੀ, ਥੈਂਕ ਯੂ ਵੈਰੀ ਮਚ। ਹੈਪੀ ਲੋਹੜੀ ਸਰ। ਥੈਂਕ ਯੂ, ਤੁਹਾਨੂੰ ਵੀ ਲੋਹੜੀ ਦੀਆਂ, ਮਕਰ ਸੰਕ੍ਰਾਂਤੀ ਦੀਆਂ ਬਹੁਤ ਬਹੁਤ ਮੁਬਾਰਕਾਂ। ਬਿਲਕੁਲ ਸਰ। ਤੇ ਨਵਾਂ ਸਾਲ ਚੜਿਆ ਵਾ, ਕੁਝ ਪੋਜ਼ਿਟਿਵ ਖਬਰਾਂ ਸਾਹਮਣੇ ਆ ਰਹੀਆਂ ਨੇ, ਖਾਸ ਤੌਰ ਤੇ ਇਮੀਗ੍ਰੇਸ਼ਨ ਦੇ ਪੱਖੋਂ ਜੇ ਅਸੀਂ ਗੱਲ ਕਰੀਏ। ਆਪਾਂ ਹਰ ਵਾਰੀ ਗੱਲ ਕਰਦੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਕੀ ਹੋਏਗਾ। 1 ਸਾਲ ਦਾ ਲੋਕਡਾਊਨ ਲੱਗਿਆ, ਇੱਥੇ ਆ ਕੇ ਪੜ੍ਹ ਨਹੀਂ ਸਕੇ ਹੈਗੇ। ਸੋ ਸਭ ਤੋਂ ਪਹਿਲੀ ਅਪਡੇਸ਼ਨ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਰਿਗਾਰਡਿੰਗ ਜਿਹੜੀ ਆਈ ਆ ਉਹ ਜ਼ਰੂਰ ਪੜ੍ਹ ਕਰਨਾ ਚਾਹਾਂਗੇ। ਕੀ ਖੁਸ਼ਖਬਰੀ ਇਸ ਵਾਰੀ ਦੇਖਣ ਨੂੰ ਮਿਲੀ 2021 ਚ? ਤਰਨ ਜੀ 8 ਜਨਵਰੀ ਨੂੰ ਇੱਕ ਅਪਡੇਟ ਆਇਆ, ਬੇਸਿਕਲੀ ਅਪਡੇਟ ਆਇਆ ਕਿ ਜਿਹੜੇ ਵੀ ਸਟੂਡੈਂਟਸ ਜਿਹੜੇ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਆ ਪੋਸਟ ਗ੍ਰੈਡ ਵਰਕ ਪਰਮਿਟ ਦੇ ਉੱਤੇ ਸੀਗੇ, ਜੇ ਉਹਨਾਂ ਦੇ ਕੋਲ ਪੋਸਟ ਗ੍ਰੈਡ ਵਰਕ ਪਰਮਿਟ ਜਨਵਰੀ 30th 2020 ਤੱਕ ਵੈਲਿਡ ਸੀਗਾ, ਉਹ ਉਹਨਾਂ ਦੇ ਕੋਲ ਟਾਈਮ ਹੈਗਾ। ਸੋ ਬੇਸਿਕਲੀ ਰੈਸਟੋਰੇਸ਼ਨ ਪੀਰੀਅਡ ਉਹਨਾਂ ਨੇ ਵਧਾਤਾ, ਇੱਕ ਐਡੀਸ਼ਨਲ 18 ਮਹੀਨਿਆਂ ਦਾ ਵਰਕ ਪਰਮਿਟ ਵਾਸਤੇ ਐਲੀਜੀਬਿਲਟੀ ਮਿਲ ਗਈ ਉਹਨਾਂ ਤੋਂ। ਸੋ ਜਿਹੜੇ ਵੀ ਸਟੂਡੈਂਟਸ ਜਿਨ੍ਹਾਂ ਨੇ ਆਪਣਾ ਟਾਈਮ ਲੂਜ਼ ਕੀਤਾ ਹੈਗਾ ਆ ਬਿਕੋਜ਼ ਆਫ ਪੈਂਡੈਮਿਕ, ਜੌਬ ਲਾਸ ਕਰ ਗਏ ਸੀਗੇ, ਜੌਬਸ ਨਹੀਂ ਮਿਲ ਪਾ ਰਹੀਆਂ ਐਂਡ ਪੋਸਟ ਗ੍ਰੈਡ ਵਰਕ ਪਰਮਿਟ ਖਤਮ ਹੋਣ ਤੇ ਆ ਗਿਆ। ਅਸੀਂ ਹਮੇਸ਼ਾ ਹੀ ਗੱਲ ਕਰਦੇ ਸੀਗੇ ਕਿ ਅਸੀਂ ਵੀ ਆਰ ਟਰਾਈਂਗ ਟੂ ਕ੍ਰੀਏਟ ਅਵੇਅਰਨੈਸ। ਸੋ ਫਾਈਨਲੀ ਅਸੀਂ ਉਸ ਸਟੇਜ ਦੇ ਵਿੱਚ ਆ ਗਏ ਕਿ ਜਿੱਥੇ ਤੁਸੀਂ ਐਲੀਜੀਬਲ ਹੈਗੇ ਹੋ 18 ਮਹੀਨਿਆਂ ਦੇ ਪੋਸਟ ਗ੍ਰੈਡ ਵਰਕ ਪਰਮਿਟ ਨੂੰ ਐਕਸਟੈਂਸ਼ਨ ਕਰਾਉਣ ਵਾਸਤੇ। ਸੋ ਜੇ ਤੁਹਾਨੂੰ ਹੈਲਪ ਚਾਹੀਦੀ ਹੈ ਯੂ ਕੈਨ ਰੀਚ ਆਵਰ ਆਫਿਸ ਐਂਡ ਅਸੀਂ ਤੁਹਾਨੂੰ ਅਸਿਸਟ ਕਰ ਸਕਦੇ ਹਾਂ। ਬਟ ਦਿਸ ਇਜ਼ ਅ ਬੂਨ, ਇੱਕ ਆ ਸੋਚ ਕੇ ਚਲੋ ਕਿ ਰੱਬ ਨੇ ਇੱਕ ਨਵੀਂ ਤੁਹਾਨੂੰ ਇੱਕ ਦਾਤ ਦੇ ਦਿੱਤੀ ਹੈਗੀ। ਸੁਣਿਓ 18 ਮਹੀਨੇ, ਬਿਕੋਜ਼ ਜਿਹੜੇ ਬੱਚੇ 3 ਸਾਲ ਜਿਹਨਾਂ ਦੇ ਨਿਕਲ ਗਏ, ਸਮਝ ਨਹੀਂ ਆ ਰਿਹਾ ਸੀ ਵਰਕ ਪਰਮਿਟ ਕੁਆਲੀਫਾਈ ਕਿਸ ਤਰ੍ਹਾਂ ਕਰਨਗੇ ਪੀਆਰ ਵਾਸਤੇ, ਕੁਝ ਵੀ ਪੀਐਨਪੀ ਨਹੀਂ ਸਮਝ ਆ ਰਿਹਾ ਸੀਗਾ। ਤੇ 18 ਮਹੀਨਿਆਂ ਦੀ ਜਿਹੜੀ ਐਡੀਸ਼ਨਲ ਟਾਈਮ ਤੁਹਾਨੂੰ ਮਿਲਿਆ, ਇਹ ਤੁਹਾਨੂੰ ਇੱਕ ਬਹੁਤ ਵੱਡਾ ਇੱਕ ਨਾਇਬ ਤੋਹਫਾ ਦਿੱਤਾ ਗਿਆ। ਸੋ ਗ੍ਰੈਬ ਦਿਸ ਓਪਰਚੁਨਿਟੀ ਐਂਡ 18 ਮਹੀਨਿਆਂ ਦੇ ਵਿੱਚ ਆਪਣੀ ਪੀਆਰ ਵਾਸਤੇ ਐਲੀਜੀਬਿਲਟੀ ਬਣਾ ਲਓ ਐਂਡ ਆਪਣੇ EMPLOYER ਜਿੱਥੇ ਵੀ ਤੁਸੀਂ ਜੌਬ ਕਰ ਰਹੇ ਹੋ ਪੂਰੀ ਸਿੰਸੀਅਰਿਟੀ ਨਾਲ, ਓਨੈਸਟੀ ਨਾਲ ਜੌਬ ਕਰੋ ਐਂਡ ਆਪਣੇ EMPLOYERS ਨੂੰ ਵੀ ਕਹੋ ਕਿ ਤੁਹਾਨੂੰ ਪੋਸਟ ਗ੍ਰੈਡ ਵਰਕ ਪਰਮਿਟ ਦੇ ਵਿੱਚ ਐਕਸਟੈਂਸ਼ਨ ਤਾਂ ਮਿਲ ਗਈ, ਹੁਣ LMIA ਦੇ ਵਿੱਚ ਤੁਹਾਨੂੰ ਹੈਲਪ ਚਾਹੀਦੀ ਤੇ ਉਹਨਾਂ ਤੋਂ ਹੈਲਪ ਲਓ ਐਂਡ ਬਟ ਪੂਰੀ ਸਿੰਸੀਅਰਿਟੀ ਨਾਲ ਕੰਮ ਕਰੋ ਐਂਡ ਕੱਲਾ PNP ਓਨਟਾਰੀਓ ਦੇ ਉੱਤੇ ਡਿਪੈਂਡੈਂਟ ਨਾ ਰਹੋ। ਐਂਡ ਆਹ ਦੇਖੋ ਕਿ ਬਾਕੀ ਪ੍ਰੋਵਿੰਸਿਸ ਦੇ ਵਿੱਚ ਤੁਹਾਡੇ ਕੋਲ ਕੀ ਓਪਰਚੁਨਿਟੀਜ਼ ਮਿਲ ਸਕਦੀਆਂ ਹੈਗੀਆਂ। ICC ਦੇ ਕੋਲ ਅੱਜ ਵੀ ਓਪਰਚੁਨਿਟੀਜ਼ ਹੈਗੀਆਂ ਐਟਲਾਂਟਿਕ ਪ੍ਰੋਵਿੰਸਿਸ ਦੀਆਂ ਐਂਡ ਉੱਥੇ ਵੀ ਅਪਡੇਟਸ ਆਈਆਂ ਤਰਨ, ਉਹ ਵੀ ਅਸੀਂ ਸ਼ੇਅਰ ਕਰਾਂਗੇ। ਤੇ ਐਟਲਾਂਟਿਕ ਪ੍ਰੋਵਿੰਸਿਸ ਦੀਆਂ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਨਿਊ ਫਾਊਂਡ ਐਂਡ ਲੈਬਰਾਡੋਰ, ਜੇ ਉੱਥੇ ਤੁਹਾਨੂੰ ਜੌਬ ਚਾਹੀਦੀਆਂ ਜਿਹੜੀਆਂ PR ਵਾਸਤੇ PNP ਪ੍ਰੋਗਰਾਮਸ ਦੇ ਵਿੱਚ ਜਾਂ EAPP ਦੇ ਵਿੱਚ ਕੁਆਲੀਫਾਈ ਕਰਾਉਣਗੀਆਂ, ਆਪਣੇ CV ਸਾਨੂੰ ਫਾਰਵਰਡ ਕਰ ਦਿਓ, ਵੀ ਵਿਲ ਹੈਵ ਯੂ ਇੰਟਰਵਿਊਡ ਐਂਡ ਤੁਸੀਂ 15ਵੇਂ ਦਿਨ ਜੁਆਇਨ ਕਰ ਸਕਦੇ ਹੋ। 15ਵੇਂ ਦਿਨ ਮੈਂ ਇਸ ਵਾਸਤੇ ਕਹਿਣਾ ਬਿਕੋਜ਼ 14 ਦਿਨ ਦਾ ਤੁਹਾਡਾ ਕੁਆਰੰਟਾਈਨ ਹੈ ਐਜ਼ ਸੂਨ ਐਜ਼ ਯੂ ਰੀਚ ਦੇਅਰ। 15th ਡੇ ਯੂ ਕੈਨ ਸਟਾਰਟ ਵਰਕ ਓਵਰ ਦੇਅਰ ਐਂਡ ਸਾਰੀਆਂ ਜੌਬਸ PNP ਜਾਂ EAP ਵਾਸਤੇ ਤੁਹਾਨੂੰ ਕੁਆਲੀਫਾਈ ਕਰਾਉਣਗੇ। ਸੋ ਇਨਫੋਰਮੇਸ਼ਨ ਲੈਣ ਵਾਸਤੇ ਰੀਚ ਅਸ ਆਊਟ ਐਟ info@iccmiggration.ca ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ at 905-461-2424 905 461 2424। ਬਿਲਕੁਲ ਸਰ। ਤੇ ਜਿਵੇਂ ਇੰਟਰਨੈਸ਼ਨਲ ਸਟੂਡੈਂਟਸ ਦੀ ਪੋਸਟ ਗ੍ਰੈਡ ਵਰਕ ਪਰਮਿਟ ਦੀ ਤੁਸੀਂ ਗੱਲ ਕਰ ਰਹੇ ਹੋ, ਕੀ ਰੀਨਿਊਅਲ ਲਈ ਇਹਦੇ ਲਈ ਕੀ ਐਲੀਜੀਬਿਲਟੀ ਹੋਣੀ ਚਾਹੀਦੀ ਹੈ? ਕੀ ਤੁਹਾਡਾ ਵਰਕ ਪਰਮਿਟ ਕੁਝ ਸਮੇਂ ਲਈ ਹਜੇ ਹੋਣਾ ਚਾਹੀਦਾ ਆ ਜਾਂ ਬਿਲਕੁਲ ਕਿਹੜੇ ਸਮੇਂ ਤੁਸੀਂ ਇਸ ਨੂੰ ਰੀਨਿਊ ਕਰਵਾ ਸਕਦੇ ਹੋ? ਤਰਨ ਜੇ ਈਵਨ 30 ਜਨਵਰੀ 2020 ਤੱਕ ਤੋਂ ਬਾਅਦ ਤੱਕ ਵੈਲਿਡ ਸੀਗਾ ਤੇ ਤੁਹਾਡੀ ਐਲੀਜੀਬਿਲਟੀ ਅੱਜ ਵੀ ਬਣ ਸਕਦੀ ਹੈ ਐਂਡ ਜੇ ਰੈਸਟੋਰੇਸ਼ਨ ਪੀਰੀਅਡ ਦਾ ਫਾਇਦਾ ਤੁਸੀਂ ਪਹਿਲਾਂ ਨਹੀਂ ਲੈ ਸਕਦੇ, ਅੱਜ ਦੀ ਤਰੀਕ ਦੇ ਵਿੱਚ ਤੁਸੀਂ ਆਪਣਾ ਸਟੇਟਸ ਰਿਸਟੋਰ ਕਰਾ ਸਕਦੇ ਹੋ। ਸੋ 31 ਮਈ ਤੱਕ ਟਾਈਮ ਦਿੱਤਾ ਗਿਆ, ਮਈ ਦੇ ਲਾਸਟ ਤੱਕ 2021 ਤੱਕ। ਜੇ ਤੁਹਾਡਾ ਤਾਂ ਤੱਕ ਐਕਸਪਾਇਰ ਹੋ ਰਿਹਾ ਤੇ ਤੁਹਾਡੀ ਐਲੀਜੀਬਿਲਟੀ ਹੈਗੀ 18 ਮਹੀਨਿਆਂ ਨੂੰ ਹੋਰ ਵਧਾਉਣ ਵਾਸਤੇ। ਸਰ ਕੀ ਸਿਰਫ ਜਿਹੜੇ ਕੈਨੇਡਾ ਦੇ ਵਿੱਚ ਇਸ ਵਕਤ ਮੌਜੂਦ ਨੇ
ਉਹੀ ਕਰਵਾ ਸਕਦੇ ਆ, ਜਾਂ ਜਿਵੇਂ ਅਸੀਂ ਦੇਖਿਆ ਸੀ ਕੋਈ ਸਟਕ ਹੋ ਗਿਆ ਸੀ ਇੰਡੀਆ ਦੇ ਵਿੱਚ ਅਜੇ ਨਹੀਂ ਵਾਪਸ ਆ ਸਕਿਆ, ਉਹ ਵੀ ਕਰਵਾ ਸਕਦੇ ਨੇ? ਹਰ ਇੱਕ ਬੱਚਾ ਜਿਹੜਾ ਪੋਸਟ ਗ੍ਰੈਡ ਵਰਕ ਪਰਮਿਟ ਤੇ ਸੀਗਾ ਐਂਡ ਜਿਹਦਾ ਇਸ ਡਿਊਰੇਸ਼ਨ ਦੇ ਵਿੱਚ ਐਕਸਪਾਇਰ ਹੋਇਆ, ਉਹ ਸਾਰੇ ਐਲੀਜੀਬਲ ਹੈਗੇ ਨੇ ਆਪਣੇ ਵਰਕ ਪਰਮਿਟ ਨੂੰ ਐਕਸਟੈਂਡ ਕਰਾਉਣ ਵਾਸਤੇ। ਸਰ, ਜਿਨ੍ਹਾਂ ਦੀ ਜੌਬ ਹਾਲਾਂਕਿ ਪ੍ਰਭਾਵਿਤ ਨਹੀਂ ਹੋਈ ਪਰ ਫਿਰ ਵੀ ਉਹਨਾਂ ਦਾ ਜਿਹੜਾ ਆ ਟਾਈਮ ਨਿਕਲਦਾ ਜਾ ਰਿਹਾ ਤੇ ਅੱਗੇ ਐਕਸਟੈਂਡ ਨਹੀਂ ਹੋ ਪਾ ਰਿਹਾ ਤੇ ਪੀਆਰ ਲਈ ਹਜੇ ਕੁਆਲੀਫਾਈ ਨਹੀਂ ਕਰ ਪਾ ਰਹੇ ਸੀ, ਕਿ ਉਹ ਵੀ ਕਰ ਸਕਦੇ? ਮਤਲਬ ਸਾਰਿਆਂ ਲਈ ਇਹ ਹੈਗਾ ਕਿ ਸਿਰਫ ਜਿਨ੍ਹਾਂ ਦੀ ਕੋਰੋਨਾ ਕਰਕੇ ਜੌਬ ਪ੍ਰਭਾਵਿਤ ਹੋਈ ਆ ਉਹਨਾਂ ਲਈ ਹੋਈ ਆ? ਤਰਨ ਬੇਸਿਕਲੀ ਹਾਲੇ ਇਹ ਟਾਈਮ ਪੀਰੀਅਡ ਇਸੇ ਤਰ੍ਹਾਂ ਦਾ ਦਿੱਤਾ ਗਿਆ ਹੈਗਾ ਐਂਡ ਹੋਪਫੁਲੀ ਇਹ ਦੁਬਾਰਾ extend ਵੀ ਹੋਏਗਾ, ਬਟ ਐਜ਼ ਆਫ ਟੁਡੇ ਦਿਸ ਇਜ਼ ਵਾਟ ਇਟ ਇਜ਼ ਕਿ ਮਈ ਦੀ ਐਂਡ ਤੱਕ ਜੇ ਤੁਹਾਡਾ ਐਕਸਪਾਇਰ ਹੋ ਰਿਹਾ ਪੋਸਟ ਗ੍ਰੈਡ ਵਰਕ ਪਰਮਿਟ ਤੇ ਤੁਹਾਨੂੰ 18 ਮਹੀਨੇ ਦੀਆਂ ਐਕਸਟੈਂਸ਼ਨ ਮਿਲ ਸਕਦੇ ਵਿਚ ਇਜ਼ ਅਗੇਨ ਅਮੇਜ਼ਿੰਗ ਫੈਕਟ। ਜਿਹੜੇ ਕੈਨੇਡੀਅਨ ਗਵਰਨਮੈਂਟ ਜਿਹੜੇ ਤੋਂ ਆ ਜਿਹੜੀ ਡਿਵੈਲਪਮੈਂਟਸ ਹੋ ਰਹੀਆਂ, ਥੀਸ ਆਰ ਅਮੇਜ਼ਿੰਗ ਥਿੰਗਸ। ਤੁਸੀਂ ਦੇਖੋ ਕਿ ਚਾਹੁੰਦੇ ਕੀ ਹੈਗੇ, ਬਿਕੋਜ਼ ਕੈਨੇਡੀਅਨ ਗਵਰਨਮੈਂਟ ਚਾਹੁੰਦੀ ਕਿ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਇਸ ਟਾਈਮ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ ਇਹ ਸਾਰੇ ਪੀਆਰ ਹੋ ਜਾਣ। ਉਹਦਾ ਦੋ ਰੀਜ਼ਨ ਹੈਗੇ ਨੇ, ਬਿਕੋਜ਼ ਇੰਟਰਨੈਸ਼ਨਲ ਸਟੂਡੈਂਟ, ਪਹਿਲੀ ਗੱਲ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਦੇ ਆਰ ਦਾ ਮੋਸਟ ਹਾਰਡ ਵਰਕਿੰਗ ਪੀਪਲ। ਦੂਸਰਾ, ਇੱਥੇ ਆ ਕੇ ਉਹਨਾਂ ਨੇ ਆਪਣੀ ਐਜੂਕੇਸ਼ਨਸ ਅਪਗ੍ਰੇਡ ਕੀਤੀਆਂ ਕੈਨੇਡੀਅਨ ਸਟੈਂਡਰਡਸ ਦੇ ਹਿਸਾਬ ਦੇ ਨਾਲ। ਤੀਸਰਾ, ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਵੀ ਕੈਨੇਡੀਅਨ ਸਟੂਡੈਂਟ ਕੈਨੇਡਾ ਦੇ ਵਿੱਚ ਲੈਂਡ ਕਰਦਾ ਆ ਉਹ ਆਫ ਕੈਂਪਸ ਜੌਬ ਸ਼ੁਰੂ ਕਰ ਲੈਂਦੇ ਨੇ, ਇਕੋਨੋਮੀ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਦੇ ਰਹੇ ਨੇ। ਉਹ ਇੱਥੇ ਘਰ ਵੀ ਲੈ ਰਹੇ ਨੇ, ਗਰੋਸਰੀਜ਼ ਵੀ ਕਰ ਰਹੇ ਨੇ, ਜੌਬਸ ਵੀ ਕਰ ਰਹੇ ਨੇ, ਹਰ ਚੀਜ਼ ਜਿਹੜੀ ਹੋ ਸਕਦੀ ਹੈ। ਸੋ ਇਹਨਾਂ ਤੋਂ ਅੱਛਾ ਇਮੀਗ੍ਰੈਂਟ ਕੈਨੇਡੀਅਨ ਨਹੀਂ ਮਿਲ ਸਕਦਾ। ਸੋ ਦੈਟ ਇਜ਼ ਦਾ ਰੀਜ਼ਨ ਆ ਸਪੈਸ਼ਲ ਪ੍ਰਿਵਿਲੇजेस ਇਸ ਟਾਈਮ ਤੇ ਸਟੂਡੈਂਟਸ ਨੂੰ ਦਿੱਤੀਆਂ ਜਾ ਰਹੀਆਂ ਕਿ ਸਟੂਡੈਂਟਸ ਇਹਦੇ ਵਿੱਚ ਕੁਆਲੀਫਾਈ ਕਰ। ਹੁਣ ਤੁਸੀਂ ਦੇਖੋ ਲੇਟੈਸਟ ਜਿਹੜਾ ਡਰਾਅ ਵੀ ਗਿਆ ਸੀਗਾ ਐਕਸਪ੍ਰੈਸ ਐਂਟਰੀ ਦਾ 461 ਪੁਆਇੰਟਸ ਦੇ, ਅਗੇਨ ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਉਹ ਸਟੂਡੈਂਟਸ ਨੂੰ ਫੋਕਸ ਕਰਕੇ ਕੈਨੇਡੀਅਨ ਐਕਸਪੀਰੀਅੰਸ ਦਾ 8 ਪੁਆਇੰਟ ਥੱਲੇ ਗਿਆ ਹੈਗਾ ਐਂਡ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਇਸ ਟਾਈਮ ਪਿਕ ਹੋਏ ਨੇ ਇਸ ਡਰਾਅ ਦੇ ਵਿੱਚ। ਸੋ ਸਟੂਡੈਂਟਸ ਖਾਸ ਕਰ ਜੇ ਆਪਣੇ EMPLOYER ਤੁਹਾਨੂੰ ਸਪੋਰਟ ਕਰਦਾ ਆ LMIA ਵਾਸਤੇ, ਗ੍ਰੈਬ ਦਿਸ ਰਾਈਟ ਅਵੇ ਤਾਂ ਕਿ ਤੁਸੀਂ ਆ ਜਿਹੜਾ ਰਿਡਿਊਸਡ CRS ਸਕੋਰ ਚੱਲ ਰਿਹਾ ਹੈਗਾ ਤੁਹਾਡੇ ਵਾਸਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਸਤੇ, ਉਹਦਾ ਤੁਸੀਂ ਬੈਨੀਫਿਟ ਲੈ ਸਕੋ। ਐਂਡ ਜੇ ਜੌਬ ਨਹੀਂ ਮਿਲ ਪਾ ਰਹੀ ਤੇ get in touch with ICC Immigration, we can assist you and help you with the jobs in Atlantic provinces। ਆਪਣੇ CV ਸਾਨੂੰ ਫਾਰਵਰਡ ਕਰ ਦਿਓ, ਇੰਟਰਵਿਊ ਕਰਾਵਾਂਗੇ and go there and join there and ਇੰਟਰਵਿਊ ਥਰੂ ਵੀ ਕਰਨੀ ਹੈਗੀ ਤੁਸੀਂ। ਬਿਲਕੁਲ ਸਰ, ਜਿਹੜੇ ਇਸ ਵਕਤ ਓਨਟਾਰੀਓ ਵਿੱਚ ਨੇ ਪੋਸਟ ਗ੍ਰੈਡ ਵਰਕ ਪਰਮਿਟ ਤੋਂ ਹੁਣ ਤੁਸੀਂ ਰੀਨਿਊ ਕਰਵਾ ਸਕਦੇ ਹੋ, 18 ਮਹੀਨੇ ਦਾ ਹੋਰ ਸਮਾਂ ਮਿਲ ਗਿਆ। ਕੀ ਉਹਨਾਂ ਲਈ ਅਜੇ ਬਹਿ ਕੇ ਵੇਟ ਕਰਨ ਦਾ ਸਹੀ ਸਮਾਂ ਹੈਗਾ ਜਾਂ ਕਿ ਤੁਸੀਂ ਸ਼ਾਇਦ ਪੁਆਇੰਟਸ ਦੀ ਵੇਟ ਕਰੋ, ਜਾਂ ਤੁਹਾਨੂੰ ਆਲੇ ਦੁਆਲੇ ਆਪਣਾ ਹੁਣ ਐਕਸਪਲੋਰ ਕਰਨਾ ਚਾਹੀਦਾ ਆ? ਤਰਨ, ਫਰੋਮ ਡੇ 1 ਮੈਂ ਕਹਿੰਦਾ ਕਿ ਹਮੇਸ਼ਾ ਐਕਸਪਲੋਰ ਕਰੋ। GTA ਦੇ ਵਿੱਚ ਕੱਲਾ ਇੱਕ ਬਣ ਕੇ ਨਾ ਰਹਿ ਜਾਓ ਕਿ ਮੈਂ GTA ਨਹੀਂ ਛੱਡਣਾ ਵੀ, ਜਾਂ ਬਰੈਂਪਟਨ ਨਹੀਂ ਛੱਡਣਾ, ਜਾਂ ਮਿਸਿਸਾਗਾ ਨਹੀਂ ਛੱਡਣਾ, ਜਾਂ ਸਰੀ ਨਹੀਂ ਛੱਡਣਾ। ਆਪਣੇ ਵਾਸਤੇ ਓਪਰਚੁਨਿਟੀ ਦੇਖੋ ਕਿ ਕਿਹੜਾ ਪ੍ਰੋਵਿੰਸ ਤੁਹਾਡੇ ਵਾਸਤੇ ਇਸ ਟਾਈਮ ਬੈਸਟ ਵਰਕ ਕਰ ਰਿਹਾ ਹੈ। ਵੁੱਡ ਇਟ ਬੀ ਨੋਵਾ ਸਕੋਸ਼ੀਆ, ਵੁੱਡ ਇਟ ਬੀ ਨਿਊ ਬ੍ਰਾਂਸਵਿਕ, ਵੁੱਡ ਇਟ ਬੀ ਨਿਊ ਫਾਊਂਡਲੈਂਡ, ਵੁੱਡ ਇਟ ਬੀ PI, ਵੁੱਡ ਇਟ ਬੀ ਸੈਸਕੈਚੁਅਨ, ਵੁੱਡ ਇਟ ਬੀ ਮੈਨੀਟੋਬਾ। ਐਲਬਰਟਾ ਅੱਜ ਦੀ ਤਰੀਕ 'ਚ ਮੈਂ ਰਿਕਮੈਂਡ ਨਹੀਂ ਕਰ ਰਿਹਾ ਐਜ਼ ਪਰ ਮਾਈ ਐਕਸਪੀਰੀਅੰਸ। ਉਹਦਾ ਰੀਜ਼ਨ ਹੈਗਾ ਕਿ ਐਲਬਰਟਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ LMIA ਇਸ਼ੂ ਨਹੀਂ ਹੋ ਰਹੇ, ਜਿਹੜੀਆਂ ਐਪਲੀਕੇਸ਼ਨਸ ਗਈਆਂ ਹੋਈਆਂ ਸੀਗੀਆਂ ਉਹ ਵੀ ਥਰੂ ਨਹੀਂ ਹੋ ਰਹੀਆਂ। ਸੋ ਉਸ ਪ੍ਰੋਵਿੰਸ ਦੇ ਵਿੱਚ ਨਾ ਜਾਓ ਜਿਹਦੇ ਥੋੜਾ ਜਿਹਾ ਰਿਸਟ੍ਰਿਕਸ਼ਨਸ ਚੱਲ ਰਹੀਆਂ। ਜਿੱਥੇ ਓਪਰਚੁਨਿਟੀਜ਼ ਜ਼ਿਆਦਾ ਨਜ਼ਰ ਆ ਰਹੀਆਂ, ਗੋ ਟੂ ਦੋਸ ਪ੍ਰੋਵਿੰਸਸ। ਜੀ ਬਿਲਕੁਲ। ਤੇ ਸਰ ਹੁਣ ਕਦੋਂ ਤੋਂ ਕਦੋਂ ਤੱਕ ਅਪਲਾਈ ਕਰ ਸਕਦੇ ਆ? ਇਹ ਕਿੰਨਾ ਟਾਈਮ ਦਿੱਤਾ ਗਿਆ ਅਪਲਾਈ ਕਰਨ ਲਈ? ਅਗਸਤ ਦੇ ਐਂਡ ਤੱਕ ਸਾਡੇ ਕੋਲ ਟਾਈਮ ਹੈਗਾ ਆ। ਜਿਹੜਾ ਜੇ ਤੁਸੀਂ ਲੂਜ਼ ਕਰ ਰਹੇ ਹੋ ਆਪਣਾ ਪੋਸਟ ਗ੍ਰੈਡ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਆ ਤੇ ਤੁਹਾਡੇ ਕੋਲ ਓਪਰਚੁਨਿਟੀ ਹੈਗੀ ਕਿ ਅਗਸਤ ਤੱਕ ਤੁਸੀਂ ਆਪਣੇ 18 ਮਹੀਨੇ ਦੀ ਐਕਸਟੈਂਸ਼ਨ ਪਾ ਸਕਦੇ ਹੋ। ਬਿਲਕੁਲ ਸਰ। ਤੇ ਇਸ ਤੋਂ ਇਲਾਵਾ ਇੱਕ ਹੋਰ ਅਪਡੇਸ਼ਨ ਆਈ ਹੈ ਕਿ ਪੇਰੈਂਟਸ ਦੀਆਂ ਜਿਹੜੀਆਂ ਇਨਵੀਟੇਸ਼ਨਸ ਦਾ ਦਿੱਤਾ ਗਿਆ ਸੀ ਉਹ ਵੀ ਕੋਟਾ ਪੂਰਾ ਹੋ ਗਿਆ ਤੇ ਟੋਟਲ ਇਨਵੀਟੇਸ਼ਨ ਸਾਰੇ ਦੇ ਦਿੱਤੇ ਗਏ ਨੇ। ਤੇ ਹੁਣ ਇਸ ਤੋਂ ਬਾਅਦ ਕੀ ਹੁਣ ਪ੍ਰੋਸੈਸਿੰਗ ਸ਼ੁਰੂ ਹੋ ਜਾਏਗੀ? ਹਾਂਜੀ ਹਾਂ ਤਰਨ ਜੀ, ਬੇਸਿਕਲੀ 10,000 ਇਨਵਾਈਟਸ ਦਿੱਤੇ ਗਏ ਨੇ। ਸੋ 10,000 ਦੇ ਵਿੱਚ ਯੂ ਆਰ ਦਾ ਲੱਕੀ ਵਨ ਜੇ ਤੁਸੀਂ 10,000 ਦੇ ਵਿੱਚ ਪਿਕ ਹੋਏ ਹੋ। ਐਂਡ ਇੱਕੋ ਹੀ ਚੀਜ਼ ਕਿ ਜੇ ਆਪਣਾ ਈਮੇਲ ਆਈਡੀ ਦਿੱਤਾ ਸੀਗਾ, ਆਪਣੇ ਜੰਕ ਮੇਲ ਫੋਲਡਰ ਜ਼ਰੂਰ ਚੈੱਕ ਕਰਨਾ ਕਿਤੇ ਤੁਸੀਂ ਉਹ 10,000 ਲੱਕੀ ਦੇ ਵਿੱਚ ਹੋ ਬਟ ਤੁਸੀਂ ਚੈੱਕ ਹੀ ਨਾ ਕੀਤਾ ਹੋਵੇ ਆਪਣੀ ਈਮੇਲ। ਸੋ ਚੈੱਕ ਯੋਰ ਈਮੇਲਸ ਐਂਡ ਜੇ ਕਿਸੇ ਪ੍ਰੋਫੈਸ਼ਨਲ ਦੀ ਹੈਲਪ ਚਾਹੀਦੀ ਹੈ ਯੂ ਕੈਨ ਰੀਚ ਆਊਟ ਟੂ ਅ ਕੰਸਲਟੈਂਟ ਔਰ ICC ਇਮੀਗ੍ਰੇਸ਼ਨ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਯੂ ਆਰ ਦੋਜ਼ ਪ੍ਰਿਵਿਲੇਜ ਵਨ, ਯੂ ਆਰ ਦੋਜ਼ ਲੱਕੀ ਵਨਸ ਜਿਨ੍ਹਾਂ ਦੇ 10,000 ਦੇ ਵਿੱਚ ਤੁਹਾਡੀ ਲੋਟਰੀ ਨਿਕਲੀ ਹੈਗੀ ਹੈ। ਸੋ ਕਿੰਨੇ ਹਜ਼ਾਰਾਂ ਲੋਕਾਂ ਨੇ ਅਪਲਾਈ ਕੀਤਾ ਸੀ, ਉਹਨਾਂ ਦੇ ਵਿੱਚ ਤੁਸੀਂ ਵਨ ਆਫ ਦਾ ਫਿਊ ਹੈਗੇ ਹੋ। ਸੋ ਜੇ ਤੁਹਾਨੂੰ ਪ੍ਰੋਫੈਸ਼ਨਲ ਹੈਲਪ ਚਾਹੀਦੀ ਹੈ ਬਿਕੋਜ਼ ਹੁਣ ਕੰਪਲੀਟ ਐਪਲੀਕੇਸ਼ਨ ਜਾਣੀ ਹੈਗੀ ਹੈ, ਕੰਪਲੀਟ ਹੈਲਪ ਵਾਸਤੇ ICC ਤੇ ਰੀਚ ਆਊਟ ਕਰ ਸਕਦੇ ਹੋ। ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ ਵਿਦ ਇੰਟਾਇਰ ਐਪਲੀਕੇਸ਼ਨ। ਸਾਡਾ ਫੋਨ ਨੰਬਰ ਹੈਗਾ ਜੀ 905
46124224 ਐਂਡ ਗਲਤੀ ਨਾ ਕਰਿਆ ਜੇ। ਇੱਕ ਗਲਤੀ ਤੁਹਾਨੂੰ 6-8 ਮਹੀਨੇ ਪਿੱਛੇ ਵੀ ਪਾ ਸਕਦੀ ਹੈ, ਤੁਹਾਡੀ ਐਪਲੀਕੇਸ਼ਨ ਖਰਾਬ ਵੀ ਕਰ ਸਕਦੀ ਹੈ। 60 ਡੇਜ਼ ਦਾ ਟੈਕਨੀਕਲੀ ਤੁਹਾਡੇ ਕੋਲ ਟਾਈਮ ਹੈਗਾ ਕੰਪਲੀਟ ਐਪਲੀਕੇਸ਼ਨ ਸਬਮਿਟ ਕਰਨ ਦਾ, ਬਟ ਫਿਰ ਵੀ ਜੇ ਕੋਵਿਡ ਕਰਕੇ ਤੁਹਾਨੂੰ ਲੱਗਦਾ ਕੋਈ ਡਾਕੂਮੈਂਟੇਸ਼ਨ ਇਹੋ ਜਿਹਾ ਰਹਿ ਗਿਆ ਕਿ ਜਿਹੜਾ ਨਹੀਂ ਕਰ ਸਕਦੇ, ਉਹਦੇ ਵਾਸਤੇ ਤੁਸੀਂ ਐਕਸਟੈਂਸ਼ਨ ਵੀ ਸੀਕ ਕਰ ਸਕਦੇ ਹੋ। ਬਿਲਕੁਲ ਸਰ, ਤੇ ਇੱਕ ਹੋਰ ਸਟੂਡੈਂਟਸ ਨੂੰ ਲੈ ਕੇ ਵੀ ਇੱਕ ਚੀਜ਼ ਸਾਹਮਣੇ ਆਈ ਹੈ ਕਿ ਜਿਹੜਾ ਡੈਜ਼ਿਗਨੇਸ਼ਨ ਲਰਨਿੰਗ ਇੰਸਟੀਚਿਊਟ ਸੀਗੇ ਉਹਨਾਂ ਨੂੰ ਕੁਝ ਹੋਰ ਐਡ ਕੀਤੇ ਗਏ ਨੇ ਲਿਸਟ ਦੇ ਵਿੱਚ, ਤੇ ਹੁਣ ਜਿਹੜੇ ਸਟੂਡੈਂਟਸ ਇੱਥੇ ਆ ਸਕਦੇ ਉਧਰੋਂ ਦੀ ਲੋਕਡਾਊਨ ਲੱਗ ਗਿਆ, ਤੇ ਇਹ ਵੀ ਕਿਹਾ ਜਾ ਰਿਹਾ ਜਿਨ੍ਹਾਂ ਦੇ ਹਜੇ ਇੰਸਟੀਚਿਊਟਸ ਲਿਸਟ ਵਿੱਚ ਨਹੀਂ ਆਏ, ਜੇ ਉਹ ਆਉਂਦੇ ਨੇ ਤਾਂ ਪੋਰਟ ਆਫ ਐਂਟਰੀ ਤੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਏਗਾ। 100% ਤਰਨ ਇਹ ਵੀ ਡਿਵੈਲਪਮੈਂਟ ਹੈਗੀ ਹੈ ਕਿ ਜੇ ਓਕੇ ਤੁਸੀਂ ਜਿਹੜੇ ਵੀ ਲਰਨਿੰਗ ਇੰਸਟੀਚਿਊਟ ਦੇ ਥਰੂ ਆ ਰਹੇ ਹੋ। ਗੱਲ ਕਰਾਂਗੇ, ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਕਿੱਥੋਂ ਬੋਲ ਰਹੇ ਹੋ? ਅਸੀਂ ਓਮਨ ਸਾਊਂਡ ਤੋਂ ਬੋਲਦੇ ਹਾਂ। ਹਾਂਜੀ ਸਰ, ਦੱਸੋ ਜੀ, ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ 'ਚ ਸਵਾਗਤ ਹੈ ਤੁਹਾਡਾ। ਕੀ ਕੁਐਸਚਨ ਹੈ ਤੁਹਾਡਾ? ਮੈਡਮ ਸਾਡਾ ਹੀ ਜਿਹੜਾ ਐਮਪਲੋਇਰ ਆਈ ਉਹ ਕੰਮ ਤੇ ਨਾ ਅਸੀਂ ਮਿਲ ਕੇ ਦਾ ਕੰਮ ਕਰ ਰਹੇ ਤੇ ਰੋਬਟ ਲਾਉਣ ਲੱਗਾ, ਤੇ ਸਾਡਾ ਉਹਨੇ ਸਾਨੂੰ ਦੇਤਾ ਨੋਟਿਸ ਵੀ ਤੁਸੀਂ ਵੀ ਮੈਂ ਤੁਹਾਨੂੰ ਨਹੀਂ ਰੱਖਣਾ ਹੁਣ, ਤੇ ਸਾਡਾ ਗਾਹ ਹੁਣ ਕੀ ਹੋ ਕਰ ਸਕਦੇ ਆਂ ਅਸੀਂ ਕਲੋਜ਼ ਵਰਕ ਪਰਮਿਟ ਤੇ ਸੀਗੇ ਜੀ। ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਆ ਉੱਥੇ? 2 ਸਾਲ ਹੋ ਗਏ, ਸਾਡੀ ਐਕਸਟੈਂਸ਼ਨ ਪਾਈ ਹੋਈ ਹੈ। ਤੁਸੀਂ ਅੱਜ ਵੀ ਐਲੀਜੀਬਲ ਹੈਗੇ ਹੋ ਪੀਆਰ ਦੀ ਐਪਲੀਕੇਸ਼ਨ ਲਗਾਉਣ ਵਾਸਤੇ? ਗ੍ਰੇਡ 12 ਹੈਗੀ ਹੈ ਤੁਹਾਡੇ ਕੋਲ? ਹਾਂਜੀ। ਆਈਲੈਟਸ ਦੇ ਵਿੱਚ ਕਿੰਨੇ ਬੈਂਡ ਹੈਗੇ ਨੇ ਤੁਹਾਡੇ? ਮੇਰੇ ਹੀ 5 ਆ, ਤੇ ਮੇਰੇ ਅਸੀਂ 2 ਜਣੇ ਆ, ਮੇਰੇ ਨਾਲ ਦੇ 6 ਆ। ਤੁਸੀਂ ਦੋਵੇਂ ਹੀ ਐਲੀਜੀਬਲ ਹੈਗੇ ਹੋ? ਜੇ ਤੁਹਾਨੂੰ 2-2 ਸਾਲ ਕੰਮ ਕਰਦਿਆਂ ਹੋ ਗਏ ਆ, ਐਲੀਜੀਬਲ ਹੈਗੇ ਹੋ ਤੁਸੀਂ ਆਪਣੇ ਪੀਆਰ ਦੀ ਐਪਲੀਕੇਸ਼ਨ ਲਗਾਉਣ ਵਾਸਤੇ। ਜੇ EMPLOYER ਨੇ ਕਿਸੇ ਰੀਜ਼ਨ ਕਰਕੇ ਲੇ ਆਫ ਦਿੱਤਾ ਆ ਤੇ ਦੈਟ ਇਜ਼ ਓਕੇ, ਤੁਸੀਂ ਆਪਣੀ ਪੀਆਰ ਦੀ ਐਪਲੀਕੇਸ਼ਨ ਲਗਾਓ। ਉਹਦੀ ਐਲੀਜੀਬਿਲਟੀ ਵਾਸਤੇ ਸਾਨੂੰ ਕੰਟੈਕਟ ਕਰ ਸਕਦੇ ਹੋ 905 461 2424 ਤੇ, ਐਂਡ ਵੀ ਵਿਲ ਅਸਿਸਟ ਯੂ ਐਂਡ ਗਾਈਡ ਯੂ ਫॉर योर ਪੀਆਰ ਐਪਲੀਕੇਸ਼ਨ। ਜੀ, ਤੇ ਫਿਰ ਉਹਦਾ ਵਰਕ ਪਰਮਿਟ ਦਾ ਕੀ ਹੋਊਗਾ ਜੀ? ਤੁਸੀਂ ਸਾਨੂੰ 1-on-1 ਕਾਲ ਕਰਕੇ ਡਿਸਕਸ ਕਰ ਸਕਦੇ ਹੋ। ਬਿਲਕੁਲ ਜੀ, ਤੁਹਾਡਾ ਪੂਰਾ ਮੈਟਰ ਡਿਸਕਸ ਕਰ ਲੈਣਗੇ ਮਨੂ ਦੱਤਾ ਜੀ। ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਇਹਨਾਂ ਦੀ ਅਪਾਇੰਟਮੈਂਟ ਲੈ ਕੇ ਇਹਨਾਂ ਦੇ ਆਫਿਸ ਕਾਲ ਕਰ ਸਕਦੇ ਹੋ। ਜੇ ਤੁਹਾਡਾ ਪੀਆਰ ਦਾ ਹੋ ਰਿਹਾ ਹੋਵੇ ਤਾਂ ਵਰਕ ਪਰਮਿਟ ਤੁਸੀਂ ਫਿਰ ਉਹਨੂੰ ਸਾਈਡ ਤੇ ਰੱਖ ਸਕਦੇ ਹੋ। ਬਿਲਕੁਲ ਜੀ ਸਰ, ਆਪਾਂ ਗੱਲਬਾਤ ਕਰ ਰਹੇ ਸੀ ਜਿਹੜੀ ਕਿ ਸਟੂਡੈਂਟਸ ਦੀ ਪੋਰਟ ਆਫ ਐਂਟਰੀ ਤੋਂ ਵਾਪਸੀ ਹੋ ਰਹੀ ਹੈ ਜੀ। ਤਰਨ, ਜਿਹੜੀ ਪੋਰਟ ਆਫ ਐਂਟਰੀ ਤੋਂ ਵਾਪਸੀ ਹੋ ਰਹੀ ਹੈ ਜੀ, ਇੱਕ ਇਹ ਵੀ ਸਰਕਮਸਟੈਂਸਸ ਆ, ਇੱਕ ਹੋਰ ਆਇਆ। ਹਰ ਕਾਲਜ ਨੇ, ਹਰ ਯੂਨੀਵਰਸਿਟੀ ਨੇ ਬੱਚੇ ਨੂੰ ਇੱਕ ਪਲਾਨ ਭੇਜਿਆ ਹੈਗਾ ਕਿ ਤੁਸੀਂ ਆਹ ਕੁਆਰੰਟਾਈਨ ਪ੍ਰੋਸੀਜਰ ਫੋਲੋ ਕਰਨਾ ਹੈਗਾ ਆ। ਜੇ ਤੁਸੀਂ ਬਹੁਤ ਸਾਰੇ ਬੱਚੇ ਇਹੋ ਜਿਹੇ ਵੀ ਹੈਗੇ ਨੇ ਅਨਫੋਰਚੂਨੇਟਲੀ ਔਰ ਫੋਰਚੂਨੇਟਲੀ ਉਹ ਕਾਲਜ ਦੇ ਜਾਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਫੋਲੋ ਨਹੀਂ ਕਰ ਸਕੇ। ਉਹ ਆ ਕੇ ਆਪਣੇ ਆਪ ਨੂੰ ਖੁਦ ਉਹਨਾਂ ਨੇ ਕੁਆਰੰਟਾਈਨ ਕਰ ਲਿਆ, ਕੀਤਾ ਕੁਝ ਨਹੀਂ ਕੀਤਾ। ਹੁਣ ਉਹਨਾਂ ਨੂੰ ਸਸਪੈਂਸ਼ਨ 1 ਸਾਲ ਦੀ ਦੇ ਦਿੱਤੀ ਗਈ ਹੈ। ਸੋ ਜੇ ਤੁਹਾਡੇ ਕਾਲਜ, ਯੂਨੀਵਰਸਿਟੀ, ਤੁਹਾਡਾ ਇੰਸਟੀਚਿਊਟ ਜਿਹੜਾ ਹੈਗਾ, ਜੇ ਉਹਨਾਂ ਨੇ ਇੱਕ ਸੈੱਟ ਪ੍ਰੋਸੀਜਰ ਰੱਖਿਆ, ਯੂ ਹੈਵ ਟੂ ਫੋਲੋ ਦੈਟ ਪ੍ਰੋਸੀਜਰ। ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣਾ ਅਲੱਗ ਕੁਆਰੰਟਾਈਨ ਜਾਂ ਆਪਣੇ ਰਿਸ਼ਤੇਦਾਰ ਦੇ ਕੋਲ ਜਾ ਕੇ ਨਹੀਂ ਰਹਿ ਸਕਦੇ। ਸੋ ਆਪਣੇ ਕਾਲਜ ਦਾ ਪ੍ਰੋਸੀਜਰ ਜਿਹੜਾ ਹੈਗਾ ਆ, ਉਹਨਾਂ ਨੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨਾਲ ਮਿਲ ਕੇ ਆ ਸਾਰਾ ਪ੍ਰੋਸੈਸ ਡਿਜ਼ਾਈਨ ਕੀਤਾ ਹੈਗਾ। ਸੋ ਉਹੀ ਫੋਲੋ ਕਰੋ। ਕਿਤੇ ਇਹੋ ਜਿਹਾ ਨਾ ਹੋਵੇ ਕਿ ਇੱਕ ਛੋਟੀ ਜੀ ਗਲਤੀ ਕਰਕੇ ਤੁਹਾਡੀ ਵੀ ਸਬਮਿਸ਼ਨ ਹੋ ਜਾਏ, ਤੁਹਾਨੂੰ ਵਾਪਸ ਭੇਜਿਆ ਜਾਵੇ ਜਾਂ ਤੁਹਾਨੂੰ ਕਾਲਜ ਇੰਸਟੀਚਿਊਟ ਚੇਂਜ ਕਰਨਾ ਪਵੇ। ਸੋ ਕੋਈ ਵੀ ਇਹੋ ਜਿਹੀ ਚੀਜ਼ ਨਾ ਕਰੋ ਜਿਹੜੀ ਤੁਹਾਨੂੰ ਨੈਗੇਟਿਵਲੀ ਇੰਪੈਕਟ ਕਰੇ। ਸਰ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਕੁਐਸਚਨ ਸੀਗਾ ਮੇਰਾ ਜੀ ਸਰ, ਵੀ ਜਿਹੜੇ ਡਰਾ ਨਿਕਲੇ ਪਿਛਲੇ 10,000 ਐਪਲੀਕੈਂਟਸ ਦਾ, ਉਹ ਸਾਰੀਆਂ ਉਹਨਾਂ ਨੂੰ ਡਿਸਪੈਚ ਹੋ ਚੁੱਕੀਆਂ, ਮੇਲ ਵਗੈਰਾ ਕਰਤੀਆਂ ਉਹਨਾਂ ਨੂੰ? ਸਰ ਇਹ ਕਨਫਰਮ ਕਰਨਾ ਜੀ ਸਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ ਸਰ। ਤਰਨ ਜੀ, ਬਿਲਕੁਲ ਜਿਹੜੇ 10,000 ਐਪਲੀਕੈਂਟ ਸੀਗੇ ਲਾਸਟ ਮੰਡੇ ਤੋਂ ਉਹਨਾਂ ਨੂੰ ਇਨਵਾਈਟ ਆਣੇ ਸ਼ੁਰੂ ਹੋ ਗਏ ਸੀਗੇ, ਐਂਡ ਲਾਸਟ ਫਰਾਈਡੇ ਲਾਸਟ ਇਨਵਾਈਟ ਆਇਆ ਜੀ। ਸੋ ਤਾਂ ਬੇਸਿਕਲੀ ਸਾਰੇ ਇਨਵੀਟੇਸ਼ਨ ਜਿਹੜੇ 10,000 ਆਣੇ ਸੀਗੇ ਉਹ ਆ ਚੁੱਕੇ ਹੈਗੇ ਨੇ। ਆਪਣੇ ਆਪਣੇ ਈਮੇਲਸ ਚੈੱਕ ਕਰੋ। ਜੇ ਤੁਸੀਂ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲਿੱਤੀ ਸੀ, ਆਪਣੇ ਕੰਸਲਟੈਂਟ ਲਾਇਰ ਨੂੰ ਕੰਟੈਕਟ ਕਰੋ। ਐਂਡ ਜੇ ਤੁਸੀਂ ਅਫੋਰਚੂਨੇਟਲੀ ਜੇ ਪਿਕ ਹੋ ਗਏ ਹੋ, ਗ੍ਰੇਟ। ਜੇ ਨਹੀਂ ਪਿਕ ਹੋਏ ਤੇ ਅਗਲੀ 30,000 ਐਪਲੀਕੇਸ਼ਨ ਜਿਹੜੀਆਂ ਮਾਰਚ ਅਪ੍ਰੈਲ ਦੇ ਵਿੱਚ ਜਾਣੀਆਂ, ਉਹਦੀਆਂ ਤਿਆਰੀਆਂ ਸ਼ੁਰੂ ਕਰ ਦਿਓ। ਬਿਲਕੁਲ ਸਰ, ਜਿਵੇਂ ਸਟੂਡੈਂਟਸ ਦੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਕਾਲਜ ਵੱਲੋਂ ਜੋ ਵੀ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਜਾਂ ਇੱਥੇ ਆਉਣ ਤੋਂ ਬਾਅਦ ਕਾਲਜ ਨਾਲ ਸੰਪਰਕ ਸਾਧਨਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਬਿਹਾਫ ਦੇ ਉੱਤੇ ਕੁਆਰੰਟਾਈਨ ਕਰ ਸਕਦੇ ਹੋ? ਨਹੀਂ, ਬਿਲਕੁਲ ਤਰਨ ਜੀ, ਆਪਣੇ ਬਿਹਾਫ ਤੇ ਕੁਆਰੰਟਾਈਨ ਨਹੀਂ ਕਰਨਾ ਚਾਹੀਦਾ, ਬਿਕੋਜ਼ ਕਾਲਜ ਨੇ ਇੱਕ ਸੈੱਟ ਪ੍ਰੋਸੀਜਰ, ਇੱਕ ਸੈੱਟ ਚੀਜ਼ਾਂ ਰੱਖੀਆਂ ਹੋਈਆਂ। ਐਂਡ ਤੁਸੀਂ ਆਉਣ ਤੋਂ ਪਹਿਲਾਂ ਆਪਣੀਆਂ ਲਿੰਕਸ ਜਿਹੜੇ ਕਾਲਜ ਤੁਹਾਨੂੰ ਭੇਜ ਰਿਹਾ, ਯੂਨੀਵਰਸਿਟੀਜ਼ ਤੁਹਾਨੂੰ ਭੇਜ ਰਹੀਆਂ, ਉਹਨੂੰ ਫੋਲੋ ਕਰਨਾ ਹੈ। ਉਸ ਲਿੰਕ ਤੇ ਜਾ ਕੇ ਆਪਣੀ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ ਕਿ ਕਦੋਂ ਤੁਸੀਂ ਲੈਂਡ ਕਰ ਰਹੇ ਹੋ, ਕਿ ਕਦੋਂ ਤੋਂ ਕੁਆਰੰਟਾਈਨ ਤੁਹਾਡਾ ਸ਼ੁਰੂ ਹੋਏਗਾ। ਸੋ ਕਾਲਜ ਹੈਜ਼ ਮੇਡ ਐਂਡ ਤੁਹਾਡੇ ਇੰਸਟੀਟਿਊਸ਼ਨਸ 99% ਆਫ them have made arrangements for you। ਸੋ ਆਪਣੇ ਆਪ ਆ ਕੇ ਕੁਆਰੰਟਾਈਨ ਨਾ ਕਰੋ, ਬਿਕੋਜ਼ then you are putting yourself at risk, and ਬਾਕੀ ਤੁਹਾਡੇ ਆਲੇ ਦੁਆਲੇ ਦੇ
ਜਿਹੜੇ ਤੁਹਾਡੇ ਰਿਸ਼ਤੇਦਾਰ ਹੈਗੇ ਨੇ ਉਹਨੂੰ ਤੁਸੀਂ ਰਿਸਕ ਤੇ ਪਾ ਰਹੇ ਹੈਗੇ ਹੋ। ਸੋ ਮੇਕ ਸ਼ੋਰ ਕਿ ਜਿਹੜਾ ਸੈਟ ਪ੍ਰੋਸੀਜਰ ਆ ਉਹਨੂੰ ਹੀ ਫੋਲੋ ਕੀਤਾ ਜਾਵੇ। ਸਰ ਤੁਸੀਂ ਦੱਸ ਰਹੇ ਸੀਗੇ ਕਿ ਇਸ ਦੌਰਾਨ ਜਿਹੜੀਆਂ ਕੁਝ ਐਟਲਾਂਟਿਕ ਪ੍ਰੋਗਰਾਮਸ ਦੇ ਵਿੱਚ ਵੀ ਨਵੀਆਂ ਅਪਡੇਸ਼ਨਸ ਆਈਆਂ ਨੇ, ਉਹ ਕੀ ਅਪਡੇਸ਼ਨਸ? ਤਰਨ ਜੀ, ਨੋਵਾ ਸਕੋਸ਼ੀਆ ਨੇ ਲੇਟੈਸਟ ਅਪਡੇਟ ਦਿੱਤੀ ਹੈ ਕਿ ਇਸ ਸਾਲ 2020 ਦੇ ਵਿੱਚ 2019 ਨਾਲੋਂ ਘੱਟ ਇਨਵਾਈਟ ਦਿੱਤੇ ਗਏ ਨੇ, ਬਟ ਫਿਰ ਵੀ 3500 ਐਪਲੀਕੇਸ਼ਨਸ ਥਰੂ ਕੀਤੀਆਂ ਗਈਆਂ ਉਹਨਾਂ ਨੇ ਪੀਆਰ ਦੀਆਂ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ। ਸੋ ਵਿਚ ਇਜ਼ ਅ ਅਮੇਜ਼ਿੰਗ ਨੰਬਰ ਐਂਡ 2021 ਦਾ ਜਿਹੜਾ ਟਾਰਗੇਟ ਹੈਗਾ ਹੋਰ ਵੀ ਵੱਧ ਕੇ ਲਿੱਤਾ ਗਿਆ ਹੈਗਾ। ਸੋ 2020 ਦੇ ਵਿੱਚ ਦੇ ਕੁਡ ਨਾਟ ਅਚੀਵ देयर ਟਾਰਗੇਟਸ, ਬਟ 2021 ਦੇ ਵਿੱਚ ਦੇ ਆਰ ਐਗਰੈਸਿਵਲੀ ਲੁਕਿੰਗ ਐਟ ਰੀਚਿੰਗ देयर ਟਾਰਗੇਟਸ। ਸੋ ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ, ਨਿਊ ਫਾਊਂਡਲੈਂਡ, these are amazing provinces। ਜੇ ਤੁਹਾਨੂੰ ਇੱਥੇ opportunity ਮਿਲਦੀ ਹੈ, ਖਾਸ ਕਰ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ, ਤੇ grab these opportunities because ਉੱਥੇ ਤੁਹਾਨੂੰ 8777 IELTS ਦੀ ਵੀ ਲੋੜ ਨਹੀਂ ਹੈਗੀ। 1 ਸਾਲ ਤੋਂ ਬਾਅਦ even 6 bands ਹੈਗੇ ਨੇ ਤਾਂ ਵੀ ਤੁਸੀਂ AIPP ਜਾਂ PNP ਵਾਸਤੇ ਕੁਆਲੀਫਾਈ ਕਰ ਸਕਦੇ ਹੋ, ਪ੍ਰੋਵਾਈਡਡ ਤੁਹਾਡਾ EMPLOYER ਜਾਂ ਤਾਂ ਡੈਜ਼ਿਗਨੇਟਿਡ ਹੋਵੇ ਜਾਂ ਪ੍ਰੋਵਾਈਡਡ ਤੁਹਾਡੇ ਕੋਲ ਨੌਕ ਬੀ ਦੀ ਜੌਬ ਹੋਵੇ। ਸੋ ਇਨਫੋਰਮੇਸ਼ਨ ਲੈਣ ਵਾਸਤੇ, ਫਰਦਰ ਡਿਸਕਸ ਕਰਨ ਵਾਸਤੇ ਯੂ ਕੈਨ ਆਲਵੇਜ਼ ਰੀਚ ਅਸ ਆਊਟ। ਐਂਡ ਈਵਨ ਜੇ ਤੁਸੀਂ ਅਟਲਾਂਟਿਕ ਦੇ ਵਿੱਚ ਬੈਠੇ ਹੋਏ ਹੋ, PI ਦੇ ਵਿੱਚ ਬੈਠੇ ਹੋ, ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ, ਨਿਊ ਫਾਊਂਡਲੈਂਡ, ਜੇ ਤੁਹਾਨੂੰ ਜੌਬ ਨਹੀਂ ਮਿਲ ਪਾ ਰਹੀ ਤੇ ਆਪਣਾ CV ਸਾਨੂੰ ਫਾਰਵਰਡ ਕਰ ਦਿਓ ਐਂਡ ਵੀ ਕੈਨ ਅਸਿਸਟ ਯੂ ਇਨ ਅਰੇਂਜਿੰਗ ਐਨ ਇੰਟਰਵਿਊ ਫॉर ਯੂ ਐਸ ਵੈਲ। ਸਰ, ਜਿਨ੍ਹਾਂ ਨੇ ਆਪਾਂ ਦੇਖ ਰਹੇ ਹਾਂ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਇੱਕ ਇੱਕ ਕਰਕੇ ਨਵੀਆਂ ਅਪਡੇਸ਼ਨਸ ਦੇ ਰਹੇ ਨੇ, ਜਿਵੇਂ ਪੋਸਟ ਗ੍ਰੈਡ ਵਰਕ ਪਰਮਿਟ ਨੂੰ ਲੈ ਕੇ ਆ ਗਈ, ਪੇਰੈਂਟਸ ਪ੍ਰੋਗਰਾਮ ਦੇ ਉੱਤੇ ਆ ਗਈ, ਜਿਹੜੇ ਸਟੂਡੈਂਟਸ ਇਸ ਵਕਤ ਆਨਲਾਈਨ ਸਟੱਡੀਜ਼ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਕੀ ਕੋਈ ਆਉਣ ਵਾਲੇ ਸਮੇਂ ਵਿੱਚ ਅਪਡੇਸ਼ਨ ਆਉਣ ਦੀ ਸੰਭਾਵਨਾ ਹੈਗੀ ਹੈ? ਬਿਲਕੁਲ ਆਤਰਨ, ਕਾਫੀ ਸਾਰੀਆਂ ਅਪਡੇਟਸ ਆ ਰਹੀਆਂ ਹੈਗੀਆਂ ਇੰਟਰਨੈਸ਼ਨਲ ਸਟੂਡੈਂਟਸ। ਹੁਣ ਤੁਹਾਨੂੰ ਪਤਾ ਹੋਏਗਾ ਕਿ ਕਿਊਬੈਕ ਦੇ ਕੁਝ ਇੱਕ ਇੰਸਟੀਟਿਊਟਸ ਹੈਗੇ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਸਟੂਡੈਂਟਸ ਲੈਂਡ ਕਰ ਰਹੇ ਸੀਗੇ ਉਹਨਾਂ ਨੂੰ ਮਨਾ ਕੀਤਾ ਗਿਆ ਕਿ ਤੁਸੀਂ ਐਲੀਜੀਬਲ ਨਹੀਂ ਹੋਗੇ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ। ਸੋ ਜਿਹੜੇ ਕਰੰਟਲੀ ਸਟੂਡੈਂਟਸ ਉੱਥੇ ਪੜ੍ਹ ਰਹੇ ਨੇ ਉਹਨਾਂ ਦਾ ਡਿਸੀਜਨ ਇਜ਼ ਯੈਟ ਟੂ ਕਮ, ਬਟ ਐਜ਼ ਆਫ ਟੂਡੇ ਜਿਹੜੇ ਵੀ ਇੰਸਟੀਚਿਊਟ ਦੇ ਵਿੱਚ ਆ ਰਹੇ ਹੋ, ਪਲੀਜ਼ ਦੇਖ ਕੇ ਆਓ ਕਿ ਉਹ ਇੰਸਟੀਚਿਊਟ ਕੁਆਲੀਫਾਈ ਕਰ ਰਿਹਾ ਜਾਂ ਨਹੀਂ ਕਰ ਰਿਹਾ। ਜੇ ਨਹੀਂ ਕਰ ਰਿਹਾ ਤੇ ਤੁਹਾਨੂੰ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਐਲੀਜੀਬਿਲਟੀ ਨਹੀਂ ਮਿਲੇਗੀ, ਬਟ ਤੁਸੀਂ ਪੜ੍ਹ ਸਕਦੇ ਹੋ। ਅਗੇਨ ਚੈੱਕ ਬਿਫੋਰ ਯੂ ਲੈਂਡ ਇਨ ਕੈਨੇਡਾ ਐਂਡ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲਿਆ ਕਰੋ ਬਿਕੋਜ਼ ਉਹ ਤੁਹਾਨੂੰ ਅਸਿਸਟ ਕਰ ਸਕਦੇ ਨੇ ਅਪਡੇਟ ਰਿਲੇਟਡ ਇਨਫੋਰਮੇਸ਼ਨ ਦੇ ਨਾਲ। ਸੋ ਜੇ ਤੁਸੀਂ ਇੱਥੇ ਲੈਂਡ ਕਰ ਰਹੇ ਹੋ ਕਿਸੇ ਇਹੋ ਜਿਹੇ ਇੰਸਟੀਚਿਊਟ ਤੇ ਜਿੱਥੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਤੇ ICC ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਵੀ ਕੈਨ ਅਸਿਸਟ ਯੂ ਐਂਡ ਵੀ ਕੈਨ ਗਾਈਡ ਯੂ। ਅਦਰਵਾਈਜ਼ ਜੇ ਤੁਹਾਨੂੰ ਕਿਸੇ ਵੀ ਪ੍ਰੋਫੈਸ਼ਨਲ ਹੈਲਪ ਦੀ ਲੋੜ ਆ, ਰੀਚ ਅਸ ਆਊਟ। ਸਰ, ਹਜੇ ਕੈਨੇਡਾ ਵਿੱਚ ਤਾਂ ਸਟਿਲ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹ ਆਪਣੇ ਲਰਨਿੰਗ ਸੈਂਟਰ ਦੇ ਜ਼ਰੀਏ ਆ ਰਹੇ ਨੇ। ਸੋ ਕਈ ਅਲੱਗ-ਅਲੱਗ ਮੁਲਕਾਂ ਤੋਂ ਲੋਕਾਂ ਦਾ ਰੁਝਾਨ ਵਧਿਆ ਕੈਨੇਡਾ ਵੱਲ ਆਉਣ ਲਈ। ਆਸਟ੍ਰੇਲੀਆ ਦੇ ਕਈ ਸਟੂਡੈਂਟਸ ਜਿਹੜੇ ਇਸ ਵਕਤ ਹੁਣ ਦੇਖ ਰਹੇ ਨੇ ਕੈਨੇਡਾ ਵਿੱਚ ਆਪਣਾ ਫਿਊਚਰ। ਸੋ ਇਹੀ ਪੁੱਛਣਾ ਚਾਹੁੰਦੇ ਆ ਕਿ ਸਟੂਡੈਂਟਸ ਦੀਆਂ ਫਾਈਲਸ ਜਿਹੜੀਆਂ ਨੇ ਪ੍ਰੋਸੈਸਿੰਗ ਹੋ ਰਹੀਆਂ, ਉਹਨਾਂ ਦੀ ਸਟੱਡੀ ਬੇਸ ਤੇ ਜਿਹੜੀਆਂ ਐਪਲੀਕੇਸ਼ਨਸ ਲੱਗੀਆਂ ਹੋਈਆਂ? ਬਿਲਕੁਲ ਪ੍ਰੋਸੈਸ ਹੋ ਰਹੀਆਂ। ਤਰਨ, ਮੈਂ ਇੱਥੇ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ। ਇਹੋ ਜਿਹੇ ਵੀ ਕੁਝ ਕੇਸਿਸ ਸਾਡੇ ਕੋਲ ਆਏ ਨੇ, ਇੰਡੀਆ ਦੇ ਏਜੰਟ ਸੀਗੇ ਜਿਨ੍ਹਾਂ ਨੇ ਫਾਈਲ ਪੁੱਟ ਅਪ ਕੀਤੀ। ਉਹ ਬੱਚੇ ਦੇ 12ਵੀਂ ਤੋਂ ਬਾਅਦ ਗੈਪ ਸੀਗਾ, ਤਾਂ 12ਵੀਂ ਤੋਂ ਬਾਅਦ ਉਹਨਾਂ ਨੇ ਪਾਤਾ ਜੀ ਉਹ ਸਟੂਡੈਂਟ ਇਨਰੋਲਡ ਹੈਗਾ ਕਾਲਜ ਦੇ ਵਿੱਚ। ਤੁਸੀਂ ਕੋਈ ਵੀ ਝੂਠ ਇਹੋ ਜਿਹਾ ਨਾ ਬੋਲੋ। ਹੁਣ ਉਸ ਬੱਚੇ ਦੇ ਕੇਸ ਦੇ ਵਿੱਚ ਕੀ ਹੋਇਆ ਕਿ ਉਹਦੇ ਵਾਸਤੇ ਉਹਨਾਂ ਨੇ ਇਨਫੋਰਮੇਸ਼ਨ ਮੰਗੀ ਕਿ ਕਿਹੜੇ ਇੰਸਟੀਚਿਊਟ ਦੇ ਵਿੱਚ ਇਨਰੋਲਡ ਹੈਗਾ, ਕਿਹੜੇ ਪ੍ਰੋਗਰਾਮ ਦੇ ਵਿੱਚ ਇਨਰੋਲਡ ਹੈਗਾ, ਉਹਦੀਆਂ ਟ੍ਰਾਂਸਕ੍ਰਿਪਟਸ ਭੇਜੋ, ਉਹਦੀ ਫੀ ਰਿਸਿਪਟਸ ਭੇਜੋ। ਹੁਣ ਤਾਂ ਬੱਚਾ ਇਨਰੋਲਡ ਹੀ ਨਹੀਂ ਹੈਗਾ। ਸੋ ਸਿਰਫ ਏਜੰਟ ਨੇ ਆਪਣੀ ਇੱਕ ਅਣਗਹਿਲੀ ਕਰਕੇ ਉਹ ਬੱਚੇ ਦਾ ਕੈਰੀਅਰ ਖਰਾਬ ਕਰ ਦਿੱਤਾ। ਸੋ ਜਿਸ ਬੱਚੇ ਨੂੰ ਪਹਿਲੇ ਅਪਰੂਵਲ ਮਿਲੀ ਹੋਈ ਸੀਗੀ ਕੈਨੇਡਾ ਪੜ੍ਹਾਈ ਕਰਨ ਦੀ, ਉਹਨਾਂ ਨੇ ਇੱਕ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ ਉਹਦੀ ਸਟੱਡੀ ਪਰਮਿਟ ਦੀ। ਸੋ ਇਹੋ ਜਿਹੀ ਝੂਠ ਨਾ ਬੋਲੋ। ਆਪਣੇ ਏਜੰਟਸ ਨੂੰ ਕਹੋ ਕਿ ਕੋਈ ਵੀ ਝੂਠ ਨਾ ਬੋਲੇ। why do you have to lie? because ਜਿਹੜਾ ਲਾਈਂਗ ਹੈਗੀ ਹੈ ਕੈਨੇਡਾ ਅਸੀਂ ਬੜੀ ਵੱਡੀ ਇੱਕ ਮਿਸ ਰਿਪਰੈਜ਼ੈਂਟੇਸ਼ਨ ਲੈਣੇ ਹੈਗੇ ਆ। ਸੋ ਕਦੇ ਵੀ ਇਹੋ ਜਿਹੀ ਚੀਜ਼ ਨਾ ਕਰੋ ਜਿਹੜਾ ਤੁਹਾਡਾ ਕੈਰੀਅਰ ਹੀ ਐਟ ਸਟੇਕ ਆ ਜਾਵੇ। ਸੋ ਸਟ੍ਰੇਟ ਫਾਰਵਰਡ ਇਨਫੋਰਮੇਸ਼ਨ। ਜੇ ਨਹੀਂ ਪੜ੍ਹਦੇ ਪਏ ਸੀਗੇ ਤੇ देयर इज अ ਰੀਜ਼ਨ ਨਹੀਂ ਪੜ੍ਹਦੇ ਪਏ ਸੀ, ਉਹਦੀ ਐਕਸਪਲੇਨੇਸ਼ਨਸ ਬਣਾ ਕੇ ਭੇਜੋ ਕਿ ਤੁਸੀਂ 2 ਸਾਲ ਕੀ ਕਰਦੇ ਰਹੇ ਹੋ ਜਾਂ 1 ਸਾਲ ਕੀ ਕਰਦੇ ਰਹੇ ਹੋ। why do you want to lie? ਇੱਕ ਝੂਠ ਤੁਹਾਨੂੰ ਅੱਗੇ 100 ਝੂਠ ਬੁਲਾਉਣ ਦੇ ਵਿੱਚ ਮਜਬੂਰ ਕਰੇਗਾ। ਅੱਗੇ ਇੱਕ ਵਾਰੀ ਠੱਪਾ ਲੱਗ ਗਿਆ ਤੁਹਾਡੇ ਮਿਸ ਰਿਪਰੈਜ਼ੈਂਟੇਸ਼ਨ ਦਾ, 5 ਸਾਲ ਦਾ ਬੈਨ ਵੀ ਲੱਗ ਸਕਦਾ ਹੈਗਾ ਆ। ਸੋ ਮੈਂ ਹਮੇਸ਼ਾ ਰਿਕਮੈਂਡ ਕਰਦਾ ਜੋ ਤੁਸੀਂ ਕਰਦੇ ਹੋ ਉਹਨੂੰ ਟਰੂਥਫੁਲੀ ਆਨਸਰ ਕਰੋ। ਉਹਨੂੰ ਪੋਜ਼ਿਟਿਵਲੀ ਕਿਸ ਤਰ੍ਹਾਂ ਪੁੱਟ ਅਪ ਕਰਨਾ ਉਹ ਆਪਣੇ ਕੰਸਲਟੈਂਟ ਲਾਇਰ ਨੂੰ ਪੁੱਛੋ ਕਿ ਕਿਸ ਤਰ੍ਹਾਂ ਮੈਂ ਇਹਨੂੰ ਇਸ ਤਰ੍ਹਾਂ ਐਡਰੈਸ ਕਰ ਸਕਦਾ ਕਿ ਮੇਰੀਆਂ ਇਹਦੇ 'ਚ ਨਜ਼ਰ ਆਵੇ ਕਿ ਮੈਂ ਕੀ ਕੰਸਟਰਕਟਿਵ ਕਰਦਾ ਰਿਹਾ। ਜੇ ਤੁਸੀਂ ਫਾਦਰ ਸਾਹਿਬ ਦੀ ਹੈਲਪ ਕਰਦੇ ਰਹੇ ਹੋ ਖੇਤੀਬਾੜੀ ਦੇ ਵਿੱਚ, ਜ਼ਮੀਂਦਾਰੀ ਦੇ ਵਿੱਚ, ਕੋਈ ਬਿਜ਼ਨਸ ਦੇ ਵਿੱਚ, ਉਹਨੂੰ ਪੁੱਟ ਅਪ ਕਰੋ। ਦੈਟ ਇਜ਼ ਅ ਐਡਿਡ ਐਡਵਾਂਟੇਜ ਕਿ ਤੁਸੀਂ ਝੂਠ ਕਿਉਂ ਬੋਲਦੇ ਪਏ ਹੈਗੇ। ਸਰ, ਜਿਵੇਂ ਤੁਸੀਂ ਐਡਵਾਂਟੇਜ ਦੀ ਗੱਲ ਕੀਤੀ ਹੈ, ਇਹ ਚੀਜ਼ ਉੱਥੇ ਬਹੁਤ ਦੇਖਣ ਨੂੰ ਮਿਲੀ ਹੈ ਕਿ ਏਜੰਟਸ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਕੋਈ ਚੀਜ਼ ਜਾਂ ਤਾਂ ਉਹਦੀ ਸਟੱਡੀ ਹਾਈਡ ਕਰ ਲਈ ਜਾਵੇ ਜਾਂ ਫਿਰ ਆਪਣਾ ਐਕਸਪੀਰੀਅੰਸ ਹਾਈਡ ਕਰ ਲਿਆ ਜਾਵੇ, ਜਦ ਕਿ ਉਹ ਚੀਜ਼ ਤੇ ਇੱਥੇ PR ਹੋਣ ਵੇਲੇ ਤੁਹਾਨੂੰ ਐਡਵਾਂਟੇਜ ਮਿਲ ਸਕਦਾ, ਪੁਆਇੰਟਸ ਮਿਲ ਸਕਦੇ ਨੇ। 100%। ਤੇ ਅਜਿਹੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਈ ਵਾਰੀ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਤੁਹਾਡੇ ਏਜੰਟ ਕੀ ਉੱਥੇ ਫਾਈਲ ਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਭਰ ਰਹੇ ਨੇ, ਕੀ ਨਹੀਂ ਭਰ ਰਹੇ ਹੈਗੇ ਉਹਦੇ ਵਿੱਚ।
ਜਿਹੜੇ ਏਜੰਟ ਇਹੋ ਜਿਹੇ ਕਰਦੇ ਨੇ ਤਰਨ ਉਹ ਬੇਸਿਕਲੀ ਉਹ ਆਪ ਹੀ ਦੇ ਆਰ ਨਾਟ ਥੋਰੋ ਵਿਦ ਦਾ ਇਮੀਗ੍ਰੇਸ਼ਨ। ਉਹ ਸਿਰਫ ਇੱਕ ਉਹਨਾਂ ਦੇ ਨੋਸ਼ਨ ਬਣਿਆ ਹੋਇਆ ਕਿ ਆ ਇਨਫੋਰਮੇਸ਼ਨ ਸ਼ੋ ਕਰਨੀ ਆ ਨਹੀਂ ਕਰਨੀ, ਸੋ ਉਸੇ ਨੂੰ ਲੈ ਕੇ ਉਹ ਤੁਰੀ ਜਾਂਦੇ ਨੇ। ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹੈ, ਜੇ ਤੁਸੀਂ ਮਾਸਟਰਸ ਕੀਤੀ ਹੈ, ਬੈਚਲਰਸ ਕੀਤੀ ਹੈ, ਜ਼ਰੂਰ ਮੇਕ ਸ਼ੋਰ ਕਿ ਤੁਹਾਡਾ ਕੰਸਲਟੈਂਟ ਏਜੰਟ ਬੇਸਿਕ ਕੰਸਲਟੈਂਟ ਨਹੀਂ ਹੈਗਾ, ਉਹ ਏਜੰਟ ਹੈਗਾ। ਸੋ ਏਜੰਟ ਉਹ ਜ਼ਰੂਰ ਇਨਫੋਰਮੇਸ਼ਨ ਪੁੱਟ ਅਪ ਕਰੇ ਤਾਂ ਕਿ ਉਹ ਆਫਿਸਰ ਉਹਨੂੰ ਦੇਖੇ ਕਿ ਆਹ ਟਾਈਮ ਕੰਸਟਰਕਟਿਵਲੀ ਤੁਸੀਂ ਯੂਜ਼ ਕੀਤਾ ਹੈ ਇਸ ਐਜੂਕੇਸ਼ਨ ਦੇ ਵਿੱਚ, ਐਕਸਪੀਰੀਅੰਸ ਦੇ ਵਿੱਚ। ਐਂਡ ਕੱਲ ਨੂੰ ਜਦੋਂ ਤੁਸੀਂ PR ਲਗਾਣੀ ਹੈਗੀ ਹੁਣ ਇਸੇ ਤਰ੍ਹਾਂ ਯੂ ਆਰ ਰਾਈਟ ਐਬਸੋਲੂਟਲੀ। ਸਾਡੇ ਕੋਲ ਆਈ ਹੈਪਨ ਟੂ ਸੀ ਸਮਬਡੀ ਯੈਸਟਰਡੇ, ਉਹ ਬੱਚਾ ਇੱਥੇ ਲੈਂਡ ਕੀਤਾ, ਹਸਬੈਂਡ ਵਾਈਫ ਉਹਨਾਂ ਦੇ ਸਟੱਡੀ ਪਰਮਿਟ ਤੇ ਸੀਗਾ, ਹਸਬੈਂਡ ਉਹਨਾਂ ਦੇ ਡਿਪੈਂਡੈਂਟ ਵਰਕ ਪਰਮਿਟ ਤੇ ਹੈਗੇ ਨੇ। ਉੱਥੇ ਉਹਨਾਂ ਦੇ ਕੋਲ 3-3 ਸਾਲ ਦਾ ਦੋਨਾਂ ਦਾ ਐਕਸਪੀਰੀਅੰਸ ਸੀਗਾ, ਹਸਬੈਂਡ ਦਾ ਐਕਸਪੀਰੀਅੰਸ ਸ਼ੋ ਕੀਤਾ, ਵਾਈਫ ਦਾ ਐਕਸਪੀਰੀਅੰਸ ਹੀ ਨਹੀਂ ਸ਼ੋ ਕੀਤਾ ਉਹਨੇ। ਸੋ ਅੱਜ ਦੀ ਤਰੀਕ ਦੇ ਵਿੱਚ ਉਹ 3 ਸਾਲ ਦੇ ਐਕਸਪੀਰੀਅੰਸ ਦੇ ਨਾਲ ਉਹਨੂੰ ਕਿੰਨੇ ਪੁਆਇੰਟਸ ਦਾ ਜੰਪ ਮਿਲਣਾ ਸੀਗਾ, ਸ਼ੀ ਇਜ਼ ਨਾਟ ਏਬਲ ਟੂ ਗੈਟ ਦੈਟ। ਐਂਡ ਅੱਜ ਦੀ ਤਰੀਕ ਦੇ ਵਿੱਚ ਉਹ ਜੇ ਲਿਖਦੀ ਹੈ ਕਿ ਮੇਰੇ ਕੋਲ ਐਕਸਪੀਰੀਅੰਸ ਹੈਗਾ ਤੇ ਇਟ ਇਜ਼ ਅ ਐਬਸੋਲੂਟ ਮਿਸਰੈਪ੍ਰੈਜ਼ੈਂਟੇਸ਼ਨ। ਜਾਂ ਤੇ ਉਹਨੂੰ ਆਫਿਸਰ ਨੂੰ ਕਲੀਅਰਲੀ ਨਜ਼ਰ ਆਏਗਾ ਜਾਂ ਪਹਿਲੇ ਝੂਠ ਬੋਲਿਆ ਜਾਂ ਤੁਸੀਂ ਹੁਣ ਝੂਠ ਬੋਲ ਰਹੇ ਹੋ ਫਾਈਲ ਦੇ ਉੱਤੇ। ਸੋ ਆਫਿਸਰ ਜਿਹੜਾ ਹੈਗਾ ਉਹਦੇ ਤੇ ਡਿਪੈਂਡ ਕਰੇਗਾ ਉਹਨੂੰ ਮਿਸਰੈਪ੍ਰੈਜ਼ੈਂਟੇਸ਼ਨ ਟ੍ਰੀਟ ਕਰਦਾ ਜਾਂ ਨਹੀਂ ਕਰਦਾ। ਸੋ ਕਦੀ ਵੀ ਇਨਫੋਰਮੇਸ਼ਨ ਹਾਈਡ ਕਰਨ ਦੀ ਕੋਸ਼ਿਸ਼ ਨਾ ਕਰੋ। ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਉਹਨੂੰ ਪੁੱਟ ਅਪ ਕਰੋ ਉਸੇ ਤਰ੍ਹਾਂ ਕਿ ਆਫਿਸਰ ਤਾਂ ਕਿ ਉਹਦੇ ਚੋਂ ਪੋਜ਼ਿਟਿਵਸ ਕੱਢ ਕੇ ਦੇਖ ਸਕਣ। ਸਰ ਵੈਡਿੰਗ ਸੀਜ਼ਨ ਵੀ ਚੱਲ ਰਿਹਾ, ਬਹੁਤ ਸਾਰੇ ਇੱਥੇ PR ਹੋਲਡਰਸ ਜਾਂ ਸਿਟੀਜ਼ਨਸ ਜਿਹੜੇ ਆ ਬੈਕ ਹੋਮ ਜਾ ਰਹੇ ਹੋਣੇ ਆ ਉੱਥੇ ਵੈਡਿੰਗ ਸੀਜ਼ਨਸ ਦੇ ਲਈ। ਸੋ ਜੇ ਵਿੱਚ ਕੀ ਸਪਾਊਸ ਕੇਸਿਸ ਵਗੈਰਾ ਦੀ ਐਪਲੀਕੇਸ਼ਨਸ ਪ੍ਰੋਸੈਸਿੰਗ ਚੱਲ ਰਹੀ ਹੈ ਜਾਂ ਉਹਨਾਂ ਨੂੰ ਪਹਿਲਾਂ ਸਾਰੀ ਤਿਆਰੀ ਕਰਕੇ ਜਾਣੀ ਚਾਹੀਦੀ ਹੈ? ਇਹ ਬਿਲਕੁਲ ਤਰਨ, ਸਪਾਊਸਲ ਐਪਲੀਕੇਸ਼ਨਸ ਉਸੇ ਤਰ੍ਹਾਂ ਪ੍ਰੋਸੈਸ ਹੋ ਰਹੀਆਂ। ਹੁਣ ਤਾਂ ਹੋਰ ਟੀਮ ਐਡ ਕੀਤੀ ਗਈ ਹੈਗੀ ਹੈ ਜਿਹੜੀ ਐਪਲੀਕੇਸ਼ਨਸ ਨੂੰ ਫਾਸਟ ਟਰੈਕ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹੈ। ਸੋ ਜੇ ਤੁਸੀਂ ਮੈਰਿਜ ਕਰਾ ਕੇ ਵਾਪਸ ਆ ਗਏ ਹੋ, ਇਹ ਸਿਟੀਜ਼ਨ ਹੈਗੇ ਹੋ ਤੇ ਈਵਨ ਬਾਹਰ ਬੈਠੇ ਵੀ ਤੁਸੀਂ ਆਪਣੇ ਸਪਾਊਸ ਦੀ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ। ਪ੍ਰੋਫੈਸ਼ਨਲ ਐਡਵਾਈਸ ਚਾਹੀਦੀ ਹੈ ਤੇ ਯੂ ਕੈਨ ਆਲਵੇਜ਼ ਕਾਲ ਅਸ, ਕੰਟੈਕਟ ਅਸ। ਐਂਡ ਜੇ ਜਾਣ ਤੋਂ ਪਹਿਲਾਂ ਤੁਸੀਂ ਇਨਫੋਰਮੇਸ਼ਨ ਲੈ ਕੇ ਜਾਓਗੇ, ਬਿਕੋਜ਼ ਹੁੰਦਾ ਕੀ ਹੈਗਾ ਕਿ ਵੈਬਸਾਈਟ ਤੇ ਤੁਸੀਂ ਇਨਫੋਰਮੇਸ਼ਨ ਤਾਂ ਸਾਰੀ ਗੈਦਰ ਕਰਦੇ ਹੋ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ, ਬਟ ਉੱਥੇ ਤੁਹਾਡੇ ਇਸ ਪਾਰਟਿਕੂਲਰ ਸਰਕਮਸਟੈਂਸਸ ਦੇ ਹਿਸਾਬ ਦੇ ਨਾਲ ਇਨਫੋਰਮੇਸ਼ਨ ਨਹੀਂ ਦਿੱਤੀ ਹੁੰਦੀ। ਉੱਥੇ ਜੈਨਰਿਕ ਇਨਫੋਰਮੇਸ਼ਨ ਤੁਸੀਂ ਪੁੱਲ ਆਊਟ ਕਰਦੇ ਹੋ। ਇੱਥੇ ਤੁਸੀਂ ਕੀ ਜੌਬ ਕਰਦੇ ਹੋ, ਫਸਟ ਮੈਰਿਜ ਹੈਗੀ ਹੈ, ਸੈਕੰਡ ਮੈਰਿਜ ਹੈਗੀ, ਇੱਕ ਡਿਵੋਰਸ ਹੋਇਆ ਹੋਇਆ ਹੈ ਜਾਂ ਕੋਈ ਇਹੋ ਜਿਹਾ ਕੋਈ ਕੇਸ ਤਾਂ ਨਹੀਂ ਚੱਲ ਰਿਹਾ ਤੁਹਾਡੇ ਉੱਤੇ ਜਿਹੜਾ ਤੁਹਾਨੂੰ ਨੈਗੇਟਿਵਲੀ ਇੰਪੈਕਟ ਕਰੇਗਾ, ਤੁਸੀਂ ਐਲੀਜੀਬਲ ਹੀ ਹੋ ਸਕਦਾ ਨਾ ਹੋ ਆਪਣੇ ਸਪਾਊਸ ਨੂੰ ਸਪਾਂਸਰ ਕਰਨ ਵਾਸਤੇ। ਸੋ ਪਲੀਜ਼ ਮੇਕ ਸ਼ੋਰ ਕਿ ਜਾਣ ਤੋਂ ਪਹਿਲਾਂ ਸਾਰੀ ਚੀਜ਼ਾਂ ਡਿਸਕਸ ਕਰਕੇ ਜਾਓ। ਇਹੋ ਜਿਹੇ ਵੀ ਕੇਸਿਸ ਤਰਨ ਸਾਡੇ ਸਾਹਮਣੇ ਆਏ ਨੇ ਜਿਹੜੇ ਐਪਲੀਕੈਂਟ ਜਾ ਕੇ ਵਿਆਹ ਕਰਕੇ ਆ ਗਏ, ਇੱਥੇ ਕੇਸਿਸ ਚੱਲਦੇ ਪਏ ਸੀਗੇ, ਉਹ ਕ੍ਰਿਮੀਨੈਲਿਟੀ ਦੇ ਕੇਸਿਸ ਹੈ, ਉਹ ਐਲੀਜੀਬਲ ਹੀ ਨਹੀਂ ਹੈਗੇ ਆਪਣੇ ਸਪਾਊਸ ਨੂੰ ਸਪਾਂਸਰ ਕਰਨ ਵਾਸਤੇ। ਇਹੋ ਜਿਹੇ ਵੀ ਕੇਸਿਸ ਹੈਗੇ ਨੇ ਜਿੱਥੇ ਉਹਨਾਂ ਨੂੰ ਪਹਿਲੇ ਸਪਾਂਸਰ ਕੀਤਾ ਸੀ ਕਿਸੇ ਨੂੰ, ਉਹਨਾਂ ਨੇ ਬੈਨੀਫਿਟਸ ਲਿੱਤੇ ਹੋਏ ਨੇ ਗਵਰਨਮੈਂਟ ਨੂੰ, ਹੁਣ ਇਹਨਾਂ ਨੇ 40-40 50-50 ਹਜ਼ਾਰ ਵਾਪਸ ਕਰਨਾ ਹੈਗਾ। ਉਹ ਵਾਪਸ ਕਰਨਗੇ ਤਾਂ ਉਹਨਾਂ ਦੀ ਸਪਾਊਸ ਦੀ ਐਪਲੀਕੇਸ਼ਨ ਪ੍ਰੋਸੈਸ ਹੋਏਗੀ। ਸੋ ਪਹਿਲੇ ਆ ਸਾਰੀ ਵਾਈ ਡੂ ਯੂ ਵਾਂਟ ਕਿ ਤੁਹਾਡਾ ਸਪਾਊਸ ਵਿਆਹ ਕਰਾਉਣ ਤੋਂ ਬਾਅਦ ਉੱਥੇ ਵੇਟ ਕਰੀ ਜਾਵੇ ਤੁਹਾਡੀ 2-2 ਸਾਲ 5-5 ਸਾਲ। ਸੋ ਪਹਿਲੇ ਹੀ ਆ ਸਾਰੀਆਂ ਚੀਜ਼ਾਂ ਰਿਜ਼ੋਲਵ ਕਰਕੇ ਜਾਓ ਤਾਂ ਕਿ ਤੁਹਾਡਾ ਸਪਾਊਸ ਨਾਲ ਦੀ ਨਾਲ ਇੱਥੇ ਆ ਸਕਣ। ਬਿਲਕੁਲ ਸਰ, ਤੇ ਇੱਕ ਸਵਾਲ ਹੋਰ ਪੁੱਛਣਾ ਚਾਹੂੰਗੀ ਇਸ ਤਰੀਕੇ ਨਾਲ, ਜਿਵੇਂ ਹਜੇ ਕੋਵਿਡ ਦੀ ਵੇਵ ਹਜੇ ਸੈਕੰਡ ਸ਼ੁਰੂ ਹੋ ਗਈ ਹੈ, ਨਵੇਂ ਸਟ੍ਰੇਨ ਸਾਹਮਣੇ ਆ ਰਹੇ ਨੇ, ਅਜਿਹੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕੁਝ ਲਾਕਡਾਊਨਸ ਵੀ ਲੱਗ ਰਹੇ ਨੇ, ਵੱਧ ਰਹੇ ਨੇ। ਇਮੀਗ੍ਰੇਸ਼ਨ ਪ੍ਰੋਸੈਸ ਕੀ ਇਸੇ ਤਰੀਕੇ ਨਾਲ ਜਾਰੀ ਰਹੇਗਾ? ਫਾਈਲਿੰਗ ਦੀ ਪ੍ਰੋਸੈਸਿੰਗ ਇੱਥੇ ਤਰੀਕੇ ਨਾਲ ਜਾਰੀ ਰਹੇਗੀ? ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਦੀਪ ਬੋਲ ਰਿਹਾ ਸਰ। ਕੀ ਹਾਲ ਹੈ ਜੀ? ਜੀ ਸਰ, ਦੱਸੋ ਜੀ ਕੀ ਸਵਾਲ ਹੈ ਤੁਹਾਡਾ? ਮੈਡਮ ਮੇਰਾ ਇੱਕ ਸਵਾਲ ਹੈ, ਮੈਂ USA ਤੋਂ ਬੋਲ ਰਹੀ ਹਾਂ ਜੀ। ਮੇਰਾ ਇੱਥੇ ਜਿਹੜਾ ਸਟੇਟਸ ਹੈਗਾ ਜੀ ਉਹ ਅਸਾਈਲੀ ਦਾ ਹੈ। ਮੈਂ ਕੈਨੇਡਾ ਜੇ ਵਿਜ਼ਿਟ ਕਰਾਂ ਜੀ, ਮੈਂ ਇੱਥੇ PR ਫਾਈਲ ਕਰ ਸਕਦਾ ਜਾਂ ਮੇਰੇ ਲਈ ਕੋਈ ਇੱਥੇ ਆਪਸ਼ਨ ਹੈ ਜੇ ਮੈਂ ਕੈਨੇਡਾ ਮੂਵ ਕਰਨਾ ਹੋਵੇ? ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ ਜੀ ਸਰ। ਦੀਪ, ਸਭ ਤੋਂ ਪਹਿਲਾਂ ਤਾਂ ਤੁਹਾਡੀ ਵੌਇਸ ਬੜੀ ਇੰਪ੍ਰੈਸਿਵ ਹੈਗੀ ਹੈ, ਹਾਂ ਬਲਕਿ ਵੌਇਸ। ਓਕੇ, ਸੈਕੰਡ ਆਫ ਆਲ ਹੁਣ ਇਮੀਗ੍ਰੇਸ਼ਨ ਐਸਪੈਕਟ ਤੇ ਆ ਜਾਈਏ। ਜਿਹੜੀ ਤੁਸੀਂ ਕੁਐਸਚਨ ਪੁੱਛਿਆ ਕਿ ਤੁਸੀਂ ਅਸਾਈਲਮ ਸੀਕਰ ਹੈਗੇ ਹੋ US ਦੇ ਵਿੱਚ, ਪਿੱਛੇ ਇੱਕ ਥਰਡ ਵਰਲਡ ਐਗਰੀਮੈਂਟ ਸਾਈਨ ਹੋਇਆ ਸੀਗਾ ਕਿ ਜਿਸ ਮੁਲਕ ਦੇ ਵਿੱਚ ਤੁਸੀਂ ਪਹਿਲੇ ਆ ਕੇ ਅਸਾਈਲਮ ਸੀਕ ਕਰ ਲਿਆ, ਤੁਸੀਂ ਦੂਜੇ ਮੁਲਕ ਦੇ ਵਿੱਚ ਅਸਾਈਲਮ ਸੀਕ ਨਹੀਂ ਕਰ ਸਕਦੇ ਸੀਗੇ। ਐਂਡ ਤੁਹਾਡੀ PR ਦੀ ਫਾਈਲ ਵੀ ਉਸੇ ਤਰ੍ਹਾਂ ਇੰਪੈਕਟ ਹੋ ਜਾਂਦੀ ਹੈ, ਬਿਕੋਜ਼ ਅਗੇਨ ਹੁਣ ਤੁਸੀਂ ਕਰਦੇ ਕੀ ਹੈਗੇ ਹੋ, ਕਿਸ ਬਿਜ਼ਨਸ ਦੇ ਵਿੱਚ ਹੈਗੇ ਹੋ, ਕਿਸ ਜੌਬ ਦੇ ਵਿੱਚ ਹੈਗੇ ਹੋ, ਤੁਹਾਡੀ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੈਗੀ, ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਐਂਡ ਹੋ ਸਕਦਾ ਤੁਹਾਨੂੰ ਆਪਣੇ ਮੁਲਕ ਦੇ ਵਿੱਚ ਵਾਪਸ ਜਾਣਾ ਪਵੇ। ਇਹ ਸਾਰੀ ਚੀਜ਼ਾਂ ਤੁਸੀਂ 1-on-1 ਮੇਰੇ ਨਾਲ ਆਫਿਸ ਦੇ ਵਿੱਚ ਕਾਲ ਕਰਕੇ ਡਿਸਕਸ ਕਰ ਸਕਦੇ ਹੋ। 9054612424। ਦਾ ਬੈਸਟ ਇਜ਼ ਕਿ ਤੁਸੀਂ ਈਮੇਲ ਕਰੋ info@iccImmigration.ca ਤੇ info@iccImmigration.ca and we will go through your case one by one and discuss it in depth ਕਿ ਕਿਹੜੀਆਂ ਕਿਸ ਤਰ੍ਹਾਂ ਐਪਲੀਕੇਸ਼ਨ ਥਰੂ ਹੋ ਸਕਦੀ ਹੈ। ਸਰ, ਕੋਵਿਡ ਦੀ ਸੈਕੰਡ ਵੇਵ 'ਚ ਵੀ ਕੀ ਇਮੀਗ੍ਰੇਸ਼ਨ ਦਾ ਕੰਮ ਲਗਾਤਾਰ ਇਦਾਂ ਹੀ ਜਾਰੀ ਰਹੇਗਾ? ਤਰਨ, ਹੋਪਫੁਲੀ ਯੈਸ, ਬਿਕੋਜ਼
ਉਹਦੇ ਦੋ ਕਾਰਨ ਹੈਗੇ ਨੇ। ਜਿਹੜੇ ਪਹਿਲੇ ਲਾਕਡਾਊਨ ਨੇ ਸਾਨੂੰ ਬਹੁਤ ਕੁਝ ਸਿਖਾ ਦਿੱਤਾ ਹੈਗਾ। ਪਹਿਲੇ ਲਾਕਡਾਊਨ ਦੇ ਬਾਅਦ ਤਾਂ ਇਮੀਡੀਏਟਲੀ ਐਵਰੀਥਿੰਗ ਵਾਸ ਕਲੋਜ਼ਡ ਐਂਡ ਵੀਜ਼ਾ ਆਫਿਸਰ, VFS ਐਂਡ ਵੀਜ਼ਾ ਸੈਂਟਰਸ ਐਵਰੀਥਿੰਗ ਵਾਸ ਕਲੋਜ਼ਡ। ਅੱਜ ਦੀ ਤਰੀਕ ਦੇ ਵਿੱਚ ਰਿਮੋਟਲੀ ਅਸੀਂ ਕੰਮ ਕਰਨਾ ਸਿੱਖ ਲਿਆ ਹੈਗਾ। ਈਵਨ ਇਮੀਗ੍ਰੇਸ਼ਨ ਆਫਿਸਰਸ ਨੇ ਰਿਮੋਟਲੀ ਕੰਮ ਕਰਨਾ ਸਿੱਖ ਲਿਆ। ਸੋ ਯੈਸ, ਐਕਸਪੈਕਟਡ ਇਹੀ ਹੈਗਾ ਕਿ ਇਹ ਲਾਕਡਾਊਨ ਆ ਜਿਹੜਾ ਸ਼ਟਡਾਊਨ ਹੋ ਰਿਹਾ ਓਨਟਾਰੀਓ, ਥਿੰਗਸ ਵਿਲ ਕੀਪ ਔਨ ਮੂਵਿੰਗ, ਬਟ ਯੈਸ ਪਹਿਲੀ ਨਾਲੋਂ ਹੁਣ ਪੇਸ ਜ਼ਿਆਦਾ ਰਹੇਗੀ। ਬਿਲਕੁਲ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਹਮੇਸ਼ਾ ਤੁਸੀਂ ਦੱਸਦੇ ਹੁੰਦੇ ਕਿ ਤੁਹਾਡੇ ਕੋਲ ਕੁਝ ਓਪਰਚੁਨਿਟੀਜ਼ ਨੇ ਖਾਸ ਤੌਰ ਤੇ ਸਟੂਡੈਂਟਸ ਲਈ, ਕਿ ਅਜੇ ਵੀ ਅਵੇਲੇਬਲ ਹੈਗੀਆਂ ਨੇ ਉਹ? ਬਿਲਕੁਲ ਤਰਨ ਜੀ, ਸਾਡੇ ਕੋਲ ਕਾਫੀ ਸਾਰੀਆਂ ਓਪਰਚੁਨਿਟੀਜ਼ ਇਸ ਟਾਈਮ ਐਟਲਾਂਟਿਕ ਦੇ ਵਿੱਚ ਫਿਰ ਹੈਗੀਆਂ। ਨੋਵਾ ਸਕੋਸ਼ੀਆ, ਨਿਊ ਬ੍ਰਾਂਜ਼ਵਿਕ ਐਂਡ ਨਿਊ ਫਾਊਂਡਲੈਂਡ। ਸਭ ਤੋਂ ਪਹਿਲਾਂ ਤਾਂ ਯੂ ਸ਼ੁੱਡ ਬੀ ਥੈਂਕਫੁਲ ਜੀ 18 ਮਹੀਨਿਆਂ ਦਾ ਤੁਹਾਨੂੰ ਐਕਸਟੈਂਸ਼ਨ ਮਿਲ ਰਹੀ ਹੈਗੀ ਹੈ। ਜਿਹੜੇ ਬੱਚੇ ਦਾ ਟਾਈਮ ਘੱਟ ਰਹਿ ਗਿਆ ਸੀ ਕਿ ਦੇ ਕੈਨ ਟੇਕ ਐਡਵਾਂਟੇਜ ਆਫ ਦਿਸ। ਸੈਕੰਡ ਆਫ ਆਲ, ਇਹ ਹੁਣ ਟਾਈਮ ਪੀਰੀਅਡ ਨਾ ਜਾਣ ਦਿਓ। ਆ ਇੱਕ ਬੂਨ, ਇੱਕ ਵਰਦਾਨ ਮਿਲ ਗਿਆ ਤੁਹਾਨੂੰ, ਹੋ ਸਕਦਾ ਦੁਬਾਰਾ ਐਕਸਟੈਂਸ਼ਨ ਇਹੋ ਜੀ ਤੁਹਾਡੇ ਖਾਤੇ ਨਾ ਆਵੇ। ਸੋ ਗ੍ਰੈਬ ਦਿਸ ਓਪਰਚੁਨਿਟੀ, ਐਂਡ ਜੇ ਜੌਬ ਤੁਹਾਨੂੰ ਨੌਕ 20 ਦੀ ਜਾਂ ਕੋਈ ਇਹੋ ਜੀ ਜੌਬ ਜਿਹੜੀ PR ਵਾਸਤੇ ਐਲੀਜੀਬਿਲਟੀ ਬਣਾਏਗੀ ਤੁਹਾਡੀ ਨਹੀਂ ਮਿਲ ਰਹੀ, ਤੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲਓ। ICC ਦੇ ਕੋਲ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਡੇ ਕੋਲ ਕੁਝ ਓਪਰਚੁਨਿਟੀਜ਼ ਇਹੋ ਜਿਹੀਆਂ ਹੈਗੀਆਂ ਜਿਹੜੀਆਂ AIPP ਜਾਂ PNP ਦੇ ਵਿੱਚ ਤੁਹਾਨੂੰ ਕੁਆਲੀਫਾਈ ਕਰਾ ਸਕਦੀਆਂ। ਆਪਣੇ CV ਸਾਨੂੰ ਫਾਰਵਰਡ ਕਰ ਦਿਓ। ਐਂਡ ਈਵਨ ਬਹੁਤ ਸਾਰੇ ਬੱਚੇ ਸਾਨੂੰ ਐਟਲਾਂਟਿਕ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਉਹ ਕੰਟੈਕਟ ਕਰਦੇ ਨੇ ਕਿ ਦੇ ਵਰ देयर ਬਟ ਦੇ ਅਨਫੋਰਚੂਨਟਲੀ ਦੇ ਕੁਡ ਨਾਟ। ਕੈਨੇਡਾ ਦੇ ਵਿੱਚ ਇੱਕ ਚੀਜ਼ ਮੰਨੀਏ ਨਾ ਮੰਨੀਏ, ਇੱਕ ਰੈਫਰੈਂਸ ਸਿਸਟਮ ਵਰਕ ਕਰਦਾ ਹੈਗਾ। ਐਂਡ ਉਹ ਅਸੀਂ ਵੀ ਹੈਵ ਬੀਨ ਇਨ ਬਿਜ਼ਨਸ ਫॉर ਆਲਮੋਸਟ 14+ ਇਅਰਸ ਨਾਓ। ਐਂਡ ਇੱਕ ਰੈਫਰੈਂਸ ਸਿਸਟਮ, ਜਿਹੜੇ EMPLOYERS ਨੇ ਸਾਡੇ ਨਾਲ ਕੰਮ ਕੀਤਾ ਹੋਇਆ, ਉਹਨੂੰ ਸਾਡੇ ਤੋਂ ਵਰਕਰਸ ਪਹਿਲਾਂ ਮਿਲੇ ਹੋਏ ਨੇ, ਦੇ ਟੈਂਡ ਕੇ ਇਹਨਾਂ ਤੋਂ ਹੋਰ ਅੱਛੇ ਸਾਨੂੰ ਵਰਕਰਸ ਮਿਲ ਸਕਦੇ ਨੇ। ਸੋ ਦੈਟ ਇਜ਼ ਦ ਰੀਜ਼ਨ ਜੇ ਉਹਨਾਂ ਕੋਲ ਕੋਈ ਓਪਰਚੁਨਿਟੀ ਆਉਂਦੀ ਦੇ ਕਮ ਬੈਕ ਟੂ ਅਸ। ਸੋ ਇੰਟਰਵਿਊ ਅਸੀਂ ਕਰਾਣੀ ਹੈਗੀ, ਬਟ ਇੱਕ ਰੈਫਰੈਂਸ ਸਿਸਟਮ ਬਣ ਜਾਂਦਾ ਹੈਗਾ। ਸੋ ਦੈਟ ਇਜ਼ ਹਾਊ ਯੂ ਆਰ ਏਬਲ ਟੂ ਗੈਟ ਦੋਸ ਜੌਬ। ਸੋ ਜੇ ਕੋਈ ਵੀ ਜੌਬ ਤੁਹਾਨੂੰ ਚਾਹੀਦੀ ਹੈ ਐਟਲਾਂਟਿਕ ਦੇ ਵਿੱਚ, ਆਪਣੇ CV ਸਾਨੂੰ ਫਾਰਵਰਡ ਕਰਕੇ ਸਾਨੂੰ ਕਾਲ ਕਰੋ 9054612424 ਐਂਡ ਵੀ ਵਿਲ ਡਿਸਕਸ ਯੋਰ ਓਪਰਚੁਨਿਟੀਜ਼ ਜਿਹੜੀਆਂ ਤੁਹਾਡੇ ਵਾਸਤੇ ਉੱਥੇ ਵਰਕ ਹੋ ਸਕਦੀਆਂ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਹੋ ਸਟੂਡੀਓ ਵਿੱਚ ਤੇ ਜਿਹੜੀਆਂ ਨਵੀਆਂ ਅਪਡੇਸ਼ਨਸ ਆਈਆਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਆ। ਕੰਟੈਕਟ ਕਰਨਾ ਚਾਹੁੰਦੇ ਨੇ, ਕਿਵੇਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ? ਕੀ ਸਰਵਿਸਿਜ਼ ਅਵੇਲੇਬਲ ਹੈਗੀਆਂ ਨੇ ਇਸ ਟਾਈਮ ਕੋਵਿਡ ਦੇ ਬਾਵਜੂਦ? ਤਰਨ ਲਾਕਡਾਊਨ ਤਾਂ ਫਿਰ ਦੁਬਾਰਾ ਅਸੀਂ ਚਲੇ ਗਏ ਹਾਂ, ਬਟ ਓਵਰ ਦਾ ਫੋਨ ਅਸੀਂ ਸਟਿਲ ਅਵੇਲੇਬਲ ਹੈਗੇ। ਓਵਰ ਦਾ ਸਕਾਈਪ ਵੀ ਕੈਨ ਡਿਸਕਸ, ਓਵਰ ਦਾ ਵੀਡੀਓ ਕਾਨਫਰੈਂਸਿੰਗ ਵੀ ਕੈਨ ਡਿਸਕਸ ਯੋਰ ਕੇਸਿਸ। ਐਂਡ ਜੇ ਤੁਸੀਂ ਇੰਡੀਵਿਜੂਅਲੀ ਕੋਈ ਕੇਸ ਡਿਸਕਸ ਕਰਨਾ ਚਾਹੁੰਦੇ ਹੋ, ਇਟ ਇਜ਼ ਬੈਸਟ ਕਿ ਤੁਸੀਂ ਪੇਡ ਕੰਸਲਟੇਸ਼ਨ ਲੈ ਲਓ। ਉਹਦੇ ਵਿੱਚ ਸਾਡੇ ਵੀ ਗੋ ਇਨਟੂ ਦਾ ਡੈਪਥ, ਗੈਦਰ ਆਲ ਇਨਫੋਰਮੇਸ਼ਨ ਐਂਡ ਵੀ ਡੂ ਅ 15 to half an hour 15 minutes to half an hour ਕੰਸਲਟੇਸ਼ਨ ਵਿਦ ਯੂ। ਉਹਦੇ ਵਿੱਚ ਅਸੀਂ ਤੁਹਾਡੀਆਂ ਸਾਰੀਆਂ ਓਪਰਚੁਨਿਟੀਜ਼ ਡਿਸਕਸ ਕਰ ਲੈਂਦੇ ਹਾਂ ਕਿ ਕਿਹੜੀ ਓਪਰਚੁਨਿਟੀ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦੀ ਹੈ। ਈਵਨ ਤੁਸੀਂ ਬਿਜ਼ਨਸਮੈਨ ਹੈਗੇ ਹੋ ਬੈਕ ਹੋਮ, ਵੈਦਰ ਯੂ ਆਰ ਇਨ ਇੰਡੀਆ, ਪਾਕਿਸਤਾਨ, ਮਿਡਲ ਈਸਟ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਕੋਈ ਜੌਬ ਕਰਦੇ ਪਏ ਹੋ, ਉੱਥੋਂ ਇੱਥੇ ਮੂਵ ਕਰਨਾ ਚਾਹੁੰਦੇ ਹੋ ਐਂਡ ਓਪਰਚੁਨਿਟੀਜ਼ ਦੇਖ ਰਹੇ ਹੋ, ਵੀ ਕੈਨ ਡਿਸਕਸ at length all opportunities that might work for you. So information ਲੈਣ ਵਾਸਤੇ ਸਾਡਾ ਨੰਬਰ ਹੈਗਾ ਜੀ 9054612424 ਐਂਡ ਸਾਡਾ ਈਮੇਲ ID ਹੈ info@iccimmigration.ca। ICC ਇਮੀਗ੍ਰੇਸ਼ਨ ਦੀ ਇੱਕ ਚੀਜ਼ ਹੋਰ ਦੱਸ ਦਵਾਂ, ਵੀ ਆਰ ਸਮਟਾਈਮਸ ਕੰਸੀਡਰਡ ਕਿ ਵੀ ਆਰ ਵੈਰੀ ਸਟ੍ਰੇਟ ਫਾਰਵਰਡ। ਦ ਸਟ੍ਰੇਟ ਫਾਰਵਰਡ ਇਜ਼ ਬਿਕੋਜ਼ ਤੁਸੀਂ ਜਦੋਂ ਕੰਸਲਟੈਂਟ ਕੋਲ ਆ ਰਹੇ ਹੋ, ਤੁਸੀਂ ਟੌਫੀ ਲੈਣ ਜਾਂ ਲੋਲੀਪੌਪ ਦੇਖਣ ਤਾਂ ਆ ਨਹੀਂ ਰਹੇ। ਤੁਸੀਂ ਯੂ ਆਰ ਹੇਅਰ ਟੂ ਸੀਕ ਅ ਸਟ੍ਰੇਟ ਫਾਰਵਰਡ ਐਡਵਾਈਸ ਜਿਹੜੀ ਤੁਹਾਡੇ ਵਾਸਤੇ ਵਰਕ ਕਰ ਸਕਦੀ ਹੈ। ਸੋ ਵੀ ਟਰਾਈ ਟੂ ਵਰਕ ਆਊਟ ਦ ਬੈਸਟ ਓਪਰਚੁਨਿਟੀ ਜਿਹੜੇ ਵਾਸਤੇ ਐਂਡ ਅਵੈਲੂਏਟ ਦ ਬੈਸਟ ਓਪਰਚੁਨਿਟੀ ਜਿਹੜੀ ਵਰਕ ਕਰੇਗੀ। ਕਈ ਵਾਰੀ ਹੁੰਦਾ ਕੀ ਹੈ ਕਿ ਨਹੀਂ ਓਪਰਚੁਨਿਟੀ ਵਰਕ ਕਰਦੀ, ਜੇ ਨਹੀਂ ਹੁੰਦੀ ਤਾਂ ਅਸੀਂ ਤੁਹਾਨੂੰ ਮਨਾ ਕਰਦੇ ਹਾਂ ਕਿ ਡੋਂਟ ਟੇਕ ਇਟ ਰੂਡ ਕਿ ਅਸੀਂ ਰੂਡ ਹੈਗੇ ਜਾਂ ਅਸੀਂ ਸਟ੍ਰੇਟ ਫਾਰਵਰਡ, ਬਟ ਵੀ ਆਰ ਟਰਾਈਂਗ ਟੂ ਗਿਵ ਯੂ ਦ ਐਗਜ਼ੈਕਟ ਸਿਨੈਰੀਓ ਯੂ ਆਰ ਇਨ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ 'ਚ ਜੁੜਨ ਲਈ, ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ। ਥੈਂਕ ਯੂ ਤਰਨ ਜੀ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਣੇ ਪ੍ਰੋਗਰਾਮ ਵਿੱਚ ਭਰੋਸੇਮੰਦ ਕੰਸਲਟੈਂਟ ਨੂੰ ਅਸੀਂ ਜੋੜੀਏ। ਸੋ ICC ਇਮੀਗ੍ਰੇਸ਼ਨ ਤੋਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਮਨੂ ਦੱਤਾ ਜੀ ਦੇ ਨਾਮ ਦੇ ਨਾਲ ਉਹਨਾਂ ਦੇ ਆਫਿਸਸ ਤੇ ਨੰਬਰ ਦਿੱਤੇ ਗਏ ਨੇ ਜਿੱਥੇ ਤੁਸੀਂ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। 5 ਤੋਂ ਲੈ ਕੇ 7 ਵਜੇ ਤੱਕ ਹਾਜ਼ਰ ਹੋਵਾਂਗੇ ਲਾਈਵ ਰੈਲੀ ਨਾਲ ਜਿਹੜੀ ਬ੍ਰੈਂਪਟਨ ਵਿੱਚ ਨਿਕਲ ਰਹੀ ਹੈ ਕਿਸਾਨਾਂ ਦੇ ਹੱਕ ਵਿੱਚ। ਸੋ ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।